ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਮਹਾਰਾਜ ਨੇ ਜੋ ਭਾਈ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ, ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਬਹੁਤ ਹੀ ਸਤਿਕਾਰਯੋਗ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਅੰਸ਼ ਵੰਸ਼ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੈ। ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਦਿ ਸਤਿਗੁਰੂ ਜਗਤ ਗੁਰੂ ਜੀ ਦਾ ਜੋ ਜੀਵਨ ਪ੍ਰਸੰਗ ਹੈ ਉਹ ਚੱਲ ਰਿਹਾ ਹੈ। 15ਵੇਂ ਘਰ ਤੱਕ ਆਪਾਂ ਪ੍ਰਸੰਗ ਸਰਵਣ ਕੀਤੇ ਹਨ, ਜਿਸ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਿਆਹ ਦਾ ਪ੍ਰਸੰਗ ਹੈ ਤੇ ਸਤਿਗੁਰੂ ਜੀ ਫਿਰ ਰਾਏ ਭੋਏ ਦੀ ਤਲਵੰਡੀ ਪਹੁੰਚਦੇ ਹਨ, ਜਿੱਥੇ ਰਾਏ ਬਲਾਰ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਉਸ ਨੇ ਫਿਰ ਆਪ ਹੀ ਇਹ ਕਿਹਾ, ਭਾਈ ਅੱਜ ਤੋਂ ਇਸ ਦਾ ਨਾਂ ਤਲਵੰਡੀ ਰਾਏ ਭੋਏ ਨਹੀਂ, ਇਹਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਤੇ ਨਨਕਾਣਾ ਸਾਹਿਬ ਹੋਵੇਗਾ। ਨਾਨਕਿਆਣਾ, ਨਾਨਕਿਆਣੇ ਤੋਂ ਬਣਿਆ ਹੈ ਨਨਕਾਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫੇਰ ਭਾਈ ਸੁਲਤਾਨਪੁਰ ਲੋਧੀ ਨੂੰ ਵਾਪਸ ਆਏ ਨੇ ਤੇ ਇੱਥੇ ਕੁਝ ਦਿਨ ਬੀਤੇ ਹਨ। ਮਾਤਾ ਸੁਲੱਖਣੀ ਜੀ ਦੇ ਪਿਤਾ ਜੀ, ਉਹ ਮਾਤਾ ਸੁਲੱਖਣੀ ਨੂੰ ਸ੍ਰੀ ਮੂਲਾ ਚੌਣਾ ਜੀ, ਮੂਲ ਚੰਦ ਚੌਣਾ, ਉਹ ਲੈਣ ਵਾਸਤੇ ਆਏ ਹੈ। ਆਓ ਅੱਗੇ 16ਵੇਂ ਘਰ ਦਾ ਪ੍ਰਸੰਗ ਜੋ ਆਰੰਭ ਹੁੰਦੇ ਪ੍ਰੇਮ ਸਹਿਤ ਅੱਗੇ ਕਥਾ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਦੋਏ ਦਿਵਸ ਰਹਿ ਕੈ ਨਗਰ, ਲੇ ਤਨੀਆ ਨਿਜ ਸੰਗ। ਤੇ 2 ਦਿਨ ਜੋ ਬਾਬਾ ਮੂਲ ਚੰਦ ਚੌਣਾ ਗੁਰੂ ਸਾਹਿਬ ਜੀ ਦੇ ਸਹੁਰਾ ਸਾਹਿਬ ਨੇ, ਉਹ ਭਾਈ ਇੱਥੇ ਸੁਲਤਾਨਪੁਰ ਲੋਧੀ ਰਹੇ ਨੇ। 2 ਦਿਵਸ ਰਹਿ ਕੈ ਨਗਰ, ਲੇ ਤਨੀਆ ਨਿਜ ਸੰਗ। ਤਨੀਆ ਭਾਵ ਪੁੱਤਰੀ, ਆਪਣੀ ਪੁੱਤਰੀ ਨੂੰ ਭਾਵ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕਰਕੇ ਕ੍ਰਮ ਕ੍ਰਮ ਪਹੁੰਚਿਓ ਸਦਨ, ਕੋ ਮੂਲਾ ਹੋਏ ਉਮੰਗ। ਕ੍ਰਮ ਕ੍ਰਮ ਪਹੁੰਚਿਓ ਸਦਨ ਕੋ, ਕਦਮ ਦਰ ਕਦਮ ਚੱਲਦੇ ਆ। ਜੋ ਮੂਲਾ ਚੰਦ ਜੀ ਹਨ, ਉਹ ਭਾਈ ਬਹੁਤ ਉਤਸ਼ਾਹ ਉਮੰਗ ਖੁਸ਼ੀ ਨਾਲ ਆਪਣੇ ਘਰ ਪਹੁੰਚੇ ਹਨ। ਚੌਪਈ ਪੂਰਬ ਔਰ ਉਦਾਰਤਾ ਜੈਸੀ। ਪੂਰਬ ਔਰ ਉਦਾਰਤਾ, ਉਦਾਰਤਾ ਵਡਿਆਈ ਉਹਨਾਂ ਦੇ ਹਿਰਦੇ ਵਿੱਚ ਜਿਸ ਤਰ੍ਹਾਂ ਦੀ, ਕਰੈ ਬਹੁਰ ਸੁਖ ਸਾਗਰ ਤੈਸੀ। ਇਧਰ ਭਾਈ ਸੁੱਖਾਂ ਦੇ ਸਾਗਰ ਉਸੇ ਤਰ੍ਹਾਂ ਜੋ ਹੈ ਦਾਨ ਉਦਾਰਤਾ ਭਾਵ ਦੇ ਨਾਲ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਮੋਦੀ ਖਾਨੇ ਵਿੱਚ ਉਕਰਿਤ ਕਰ ਰਹੇ ਹਨ। ਜਿਉ ਸੁਰ ਸਰ ਗਤ ਪ੍ਰਾਚੀ ਗਵਨੀ। ਤੇ ਮਹਾਰਾਜ ਤੇ ਕੋਈ ਫਰਕ ਨਹੀਂ ਪਿਆ ਹੈ ਕਿ ਵਿਵਾਹ ਹੋ ਗਿਆ, ਹੁਣ ਗ੍ਰਸਤੀ ਜੀਵਨ ਹੈ, ਪਰਿਵਾਰ ਆ ਗਿਆ, ਵੀ ਹੁਣ ਜੋੜਨੇ ਸ਼ੁਰੂ ਕਰਦੇ, ਹੁਣ ਨਾ ਕਰਿਆ ਕਰੀਏ ਦਾਨ ਪੁੰਨ। ਤੇ ਐਸਾ ਕੋਈ ਨਹੀਂ ਹੈ। ਸੁੱਖਾਂ ਦੇ ਸਾਗਰ ਉਸੇ ਤਰ੍ਹਾਂ ਹੀ ਕਰ ਰਹੇ ਨੇ, ਜਿਉਂ ਸੁਰ ਸਰ ਗਤ ਪ੍ਰਾਚੀ ਗਵਨੀ। ਜਿਵੇਂ ਕਹਿੰਦੇ ਭਾਈ ਜੋ ਗੰਗਾ ਹੈ ਉਹ ਚੜ੍ਹਦੇ ਵੱਲ ਨੂੰ ਚੱਲਦੀ ਹੈ, ਕਬ ਹੈ ਬਿਰਹਿ ਪਛਮ ਅਵਨੀ। ਕਦੇ ਵੀ ਕਹਿੰਦੇ ਬਿਹਰੈ ਪਛਮ ਅਵਨੀ, ਕਦੇ ਵੀ ਉਹ ਵਿਛੜ ਕੇ ਭਾਵ ਮੁੜ ਕੇ ਪਛਮ ਵੱਲ ਨੂੰ ਜਿਹੜਾ ਹੈ ਸੂਰਜ ਜਿਹੜੇ ਪਾਸੇ ਡੁੱਬਦਾ ਉਹਨੂੰ ਪੱਛੋਂ ਕਹਿ ਦਿੰਦੇ ਆ। ਇਧਰ ਨੂੰ ਧਰਤੀ ਤੇ ਨਹੀਂ ਚੱਲਦੀ ਹੈ। ਜਾਂ ਇਹ ਕਹੀਏ ਵੀ ਉਹ ਕਦੇ ਨਹੀਂ ਬਦਲਦੀ, ਜਾਂ ਇਹ ਦੂਸਰਾ ਭਾਵ ਹੈ ਵੀ ਸੂਰਜ ਜਿਹੜਾ ਹੈ ਚੜ੍ਹਦੇ ਵਾਲੇ ਪੂਰਬ ਵਾਲੇ ਪਾਸੋਂ ਚੜ੍ਹਦਾ ਹੈ, ਪੱਛਮ ਵੱਲ ਡੁੱਬਦਾ ਹੈ, ਉਹਦੀ ਦਿਸ਼ਾ ਨਹੀਂ ਨਾ ਜਿਵੇਂ ਬਦਲਦੀ। ਇਸੇ ਤਰ੍ਹਾਂ ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਤਰ੍ਹਾਂ ਹੀ ਸਾਰਾ ਕਾਰਜ ਚੱਲ ਰਿਹਾ ਹੈ। ਕੋਈ ਵਿਵਾਹ ਕਾਰਜਾਂ ਤੋਂ ਬਾਅਦ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਅ ਨਹੀਂ, ਧਨ ਜੋੜਨ ਵਗੈਰਾ ਉਹ ਨਹੀਂ ਆਇਆ। ਭਾਵ ਉਸੇ ਤਰ੍ਹਾਂ ਦਾਨ ਪੁੰਨ ਸਾਰਾ ਮਹਾਰਾਜ ਕਰੀ ਜਾਂਦੇ ਹਨ। ਜਿਉ ਸੂਰਜ ਕੋ ਧਰਮ ਸੁਹਾਵਨ। ਤੇ ਜਿਵੇਂ ਭਾਈ ਸੂਰਜ ਦਾ ਜਿਹੜਾ ਧਰਮ ਹੈ ਚੰਗਾ ਸੋਹਣਾ, ਸਦਾ ਤਿਮਰ ਕੋ ਕਰਹਿ ਨਸਾਵਨ। ਸੂਰਜ ਦਾ ਇਹ ਧਰਮ ਹੈ ਵੀ ਉਹ ਹਮੇਸ਼ਾ ਜਦੋਂ ਚੜ੍ਹਦਾ ਹੈ ਤਿਮਰ ਹਨੇਰੇ ਨੂੰ ਨਸਾ ਦਿੰਦਾ, ਨਾਸ਼ ਕਰ ਦਿੰਦਾ ਹੈ। ਤਿਉ ਰੰਕਨ ਕੋ ਕਸ਼ਟ ਨਿਵਾਰਨ। ਇਸੇ ਤਰ੍ਹਾਂ ਜਿਹੜੇ ਕੰਗਾਲ ਰੰਕ ਗਰੀਬ ਨੇ ਉਹਨਾਂ ਦੇ ਦੁੱਖਾਂ ਕਸ਼ਟਾਂ ਨੂੰ ਦੂਰ ਕਰਨ ਲਈ ਕਰਹਿ ਸਦਾ ਜੋ ਦਾਸ ਉਬਾਰਨ। ਇਉਂ ਭਾਈ ਆਪਣੇ ਦਾਸਾਂ ਨੂੰ ਉਬਾਰਨ ਵਾਲੇ, ਤਾਰਨ ਵਾਲੇ, ਬਚਾਉਣ ਵਾਲੇ ਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਸਾਰਾ ਕਾਰਜ ਕਰ ਰਹੇ ਨੇ। ਜਿਉ ਸੁਰ ਤਰ ਕੋ ਸੁਭਾਗ ਸੁਭਾਉ। ਜਿਵੇਂ ਸੁਰ ਤਰ ਬਿਰਸ਼ ਦਾ, ਕਲਪ ਬਿਰਸ਼ ਦਾ ਜਿਹੜਾ ਸ੍ਰੇਸ਼ਟ ਚੰਗਾ ਭਾਗਾਂ ਵਾਲਾ ਸੁਭਾਅ ਹੈ। ਜਾਚੇ ਛੂਛਾ ਛੋਰ ਨਕਾਉ। ਇਹ ਜਿਹੜਾ ਵੀ ਸੁਰਤਰ ਦਰਖਤ ਦੇ ਥੱਲੇ ਬੈਠ ਕੇ ਕੋਈ ਜਾਚੇ ਮੰਗ ਕਰਦਾ, ਕਾਮਨਾ ਕਰਦਾ ਹੈ, ਉਹ ਕੋਈ ਖਾਲੀ ਨਹੀਂ ਜਾਂਦਾ ਹੈ, ਉਹਨੂੰ ਖਾਲੀ ਨਹੀਂ ਮੋੜਦਾ ਹੈ। ਤਿਉ ਕੋ ਕਰਹਿ ਅਰਥ ਨਾ ਰੰਕਾ। ਇਸੇ ਤਰ੍ਹਾਂ ਕੋਈ ਭਾਈ ਕੰਗਾਲ ਆ ਕੇ ਰੰਕਾ ਗਰੀਬ, ਉਹ ਮਹਾਰਾਜ ਦੇ ਕੋਲੇ ਅਰਥਨਾ ਕਰਦਾ, ਕੋਈ ਧਨ ਪਦਾਰਥ
ਰਾਸ਼ਨ ਬਸਤਰ ਦੀ ਮੰਗ ਕਰਦਾ ਹੈ। ਦੈ ਹੈ ਸਭਨ ਕੋ ਬਦਨ ਮਯੰਕਾ। ਤਾਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਚੰਦਰ ਮੁਖ ਬਦਨ ਮਯੰਕਾ, ਮਯੰਕ ਚੰਦ ਨੂੰ ਕਹਿੰਦੇ ਆ। ਚੰਦਰ ਵਰਗੇ ਮੁਖੜੇ ਵਾਲੇ ਸਤਿਗੁਰੂ ਜੀ ਸਭ ਨੂੰ ਭਾਈ ਦਾਤਾਂ ਦੇ ਰਹੇ ਨੇ। ਦੌਲਤ ਖਾਨ ਖਰਚ ਤਹਿ ਥੋਰਾ। ਹੁਣ ਦੌਲਤ ਖਾਨ ਦਾ ਜਿਹੜਾ ਖਰਚਾ ਹੈ ਉਹ ਤਹਿ ਥੋਰਾ। ਹੁਣ ਇੱਥੇ ਦੌਲਤ ਖਾਂ ਖਰਚ ਤਹਿ ਥੋਰਾ, ਉਹ ਖਰਚ ਥੋੜਾ ਦੇ ਰਿਹਾ ਹੈ। ਹੋਤ ਵਿਸਾਲਾ ਰੰਕ ਨਿਓਰਾ। ਪਰ ਇਧਰ ਬਹੁਤ ਜ਼ਿਆਦੇ ਜਿਹੜਾ ਹੈ ਰੰਕ ਕੰਗਾਲਾਂ ਗਰੀਬਾਂ ਵੱਲ ਹੋ ਰਿਹਾ ਹੈ। ਪਾਸ ਓਰਾ ਦਾ ਭਾਵ ਹੈ ਵੱਲ, ਕਿ ਗੁਰੂ ਪਾਤਸ਼ਾਹ ਮਹਾਰਾਜ ਬਹੁਤਾ ਜਦੋਂ ਵਰਤਾ ਰਹੇ ਨੇ। ਸਰਬ ਦਿਵਸ ਮਹਿ ਅਪਰ ਨਕਾਰਾ। ਸਾਰਾ ਦਿਨ ਹੋਰ ਕੋਈ ਕਾਰਜ ਨਹੀਂ, ਬੀਤੇ ਦੇਤੇ ਦਾਨ ਉਦਾਰਾ। ਬਸ ਇਸੇ ਕੰਮ ਵਿੱਚ ਹੀ ਬੀਤਦਾ ਹੈ ਜੋ ਦਾਨ ਹੈ। ਮਹਾਰਾਜ ਭਾਈ ਸਭ ਨੂੰ ਮਹਾਨ ਉਦਾਰ ਖੁੱਲ੍ਹਦਲੇ ਨਾਲ ਬਖਸ਼ਿਸ਼ ਕਰ ਰਹੇ ਨੇ। ਦੋਹਰਾ ਮਨਹੁ ਪੁੰਨ ਧਰ, ਮਨਹੁ ਪੁੰਨ ਤਨ ਧਾਰ ਨਿਜ, ਕੀਨੀ ਆਨ ਦੁਕਾਨ। ਸੰਤ ਰੇਣ ਜੀ ਕਹਿ ਰਹੇ ਨੇ, ਭਾਈ ਸਰੋਤਿਓ ਇਹ ਮੰਨੋ ਪੁੰਨ ਨੇ ਹੀ ਇੱਕ ਆਪਣਾ ਤਨ ਧਾਰ ਕੇ ਗੁਰੂ ਸਾਹਿਬ ਦੇ ਰੂਪ ਵਿੱਚ ਇਹ ਜਾਣੋ ਆ ਦੁਕਾਨ ਕੀਤੀ ਹੈ। ਦਾਰਦ ਛੁਧਾ ਜੋ ਨਗਨਤਾ, ਤਜ ਗੇ ਪੁਰ ਸੁਲਤਾਨ। ਜਦੋਂ ਦੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਏ ਆ, ਕਿਉਂਕਿ ਇੱਕ ਤਾਂ ਕੋਈ ਉੱਥੇ ਨਗਨ ਨਹੀਂ ਰਿਹਾ, ਸਭ ਨੂੰ ਵਸਤਰ ਮਿਲਦੇ। ਦੂਜਾ ਗੁਰਮੁਖੋ ਕੋਈ ਭੁੱਖਾ ਨਹੀਂ ਸੌਂਦਾ ਹੈ। ਕੋਈ ਜਦੋਂ ਹੁਣ ਰੋਟੀ ਮਿਲ ਗਈ, ਵਸਤਰ ਮਿਲ ਗਏ, ਰਹਿਣ ਨੂੰ ਜਗ੍ਹਾ ਘਰ ਮਿਲ ਗਿਆ। ਇਸ ਕਰਕੇ ਜਾਣੋ ਦਾਰਦ ਦਲਿਦਰੀ ਜਿਹੜੀ ਸੀ, ਛੁਦਾ ਭੁੱਖ, ਜੋ ਨਗਨਤਾ, ਔਰ ਤੀਜਾ ਹੈ ਨਗਨਤਾ। ਤਾਜਗੇ ਪੁਰ ਸੁਲਤਾਨ, ਇਹ ਤਾਂ ਜਾਣੋ ਸੁਲਤਾਨਪੁਰ ਨੂੰ ਛੱਡ ਕੇ ਚਲੇ ਗਏ ਤਿੰਨੇ। ਇਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਦਇਆ ਹੈ ਕਿ ਜਿੱਥੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਘਰ ਦਾ ਰਹੇ ਗੁਰਮੁਖੋ, ਉੱਥੇ ਕੋਈ ਭੁੱਖਾ ਨਹੀਂ ਸੌਂਦਾ ਹੈ। ਇਹ ਬਖਸ਼ਿਸ਼ਾਂ ਨੇ ਮਹਾਰਾਜ ਦੀਆਂ। ਚੌਪਈ ਬਿਸਮੈ ਨਗਰ ਬਿਖੈ ਨਰ ਨਾਰੀ। ਨਗਰ ਦੇ ਵਿੱਚ ਸਾਰੇ ਮਾਈ ਭਾਈ ਆਨੰਦ ਖੁਸ਼ ਹੈਰਾਨ ਵੀ ਹਨ। ਮਨ ਅਨਮਾਨਤ ਮਤ ਜਿਨ ਹਾਰੀ। ਤੇ ਜਿਨ੍ਹਾਂ ਦੀ ਮਤ ਹਾਰੀ ਗਈ, ਥੋੜੀ ਮਤ ਵਾਲੇ, ਉਹ ਆਪੋ ਆਪਣੇ ਮਨ ਨਾਲ ਅਨੁਮਾਨ ਜੇ ਲਾਈ ਜਾਂਦੇ ਹਨ। ਕੇਉ ਭਾਖੈ ਰਸਾਇਣ ਕਰਹੀ। ਕੋਈ ਕਹਿੰਦਾ ਹੈ ਵੀ ਇਹਨਾਂ ਕੋਲੇ ਨਾ ਰਸਾਇਣ ਵਿਧੀ ਹੈ। ਪੁਰਾਣੇ ਸਮੇਂ ਵਿੱਚ ਇੱਕ ਵਿਧੀ ਹੁੰਦੀ ਸੀ, ਪਾਰਾ ਵਗੈਰਾ ਪਾ ਕੇ ਤੇ ਉਹ ਫਿਰ ਉਹ ਤੋਂ ਅੱਗੇ ਸੋਨਾ ਬਣਾ ਲੈਂਦੇ ਹੁੰਦੇ ਸੀ ਤੇ ਫਿਰ ਉਹਨੂੰ ਵੇਚੀ ਜਾਣਾ, ਧਨ ਲਈ ਜਾਣਾ। ਕਹਿੰਦੇ ਕੋਈ ਇਹਨਾਂ ਕੋਲੇ ਇਸ ਤਰ੍ਹਾਂ ਕੋਈ ਕਈ ਭਾਖੈ ਰਸਾਇਣ ਕਰਹੀ। ਕੋਈ ਕਹਿੰਦੇ ਨੇ ਵੀ ਇਹ ਰਸਾਇਣ ਬਣਾ ਰਹੇ ਹਨ। ਧਰਮ ਵਧਾਵਹਿ ਕੋ ਉਚਰਹੀ। ਕੋਈ ਕਹਿੰਦਾ ਹੈ ਆਪਣਾ ਧਰਮ ਵਧਾ ਰਹੇ ਨੇ, ਭਾਵ ਧਰਮ ਕਹੀਏ ਪੁੰਨ ਕਰ ਰਹੇ, ਆਪਣੇ ਪੁੰਨ ਵਧਾਉਂਦੇ ਹਨ। ਕੋ ਇੱਕ ਕਲਾਵਾਨ ਅਨਮਨ ਹੈ। ਕੋਈ ਇੱਕ ਉਹ ਲੋਕ ਨੇ ਅੰਦਾਜ਼ੇ ਲਾਈ ਜਾਂਦੇ, ਨਹੀਂ ਇਹ ਤੇ ਬਹੁਤ ਕੋਈ ਕਲਾ ਵਾਲਾ ਹੈ, ਅਨੁਮਾਨ ਲਾਉਂਦੇ ਸ਼ਕਤੀਆਂ ਵਾਲਾ ਹੈ। ਕੋ ਪਾਰਸ ਗੁਰ ਪਾਸ ਪਛਾਨੈ। ਤੇ ਕੋਈ ਐਸੇ ਨੇ ਜਿਹੜੇ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਕੋਲੇ ਪਾਰਸ ਹੋਊਗਾ ਤੇ 8 ਧਾਤਾਂ ਨੂੰ ਲਾਓ ਸੋਨਾ ਬਣਾ ਦਿੰਦਾ। ਇਹ ਧਾਤ ਨੂੰ ਲਾਉਂਦੇ ਹੋਣੇ ਲੋਹੇ ਵਗੈਰਾ ਨੂੰ, ਉਹ ਸੋਨਾ ਬਣ ਜਾਂਦਾ ਉਹ, ਉਹਨੂੰ ਵੇਚ ਕੇ ਧਨ ਉਹ ਸੌਦਾ ਪੱਤਾ ਲਈ ਉਹਦੇ ਵਰਤਾਈ ਜਾਂਦੇ ਆ। ਇਹਨਾਂ ਦੇ ਕੋਲੇ ਪਾਰਸ ਹੋ। ਕੋ ਕਹਿ ਬਰ ਦੀਨੋ ਦੇਵਾ। ਕੋ ਕਹਿ, ਇੱਥੇ ਇੱਕ ਸ਼ਬਦ ਕੋ ਇੱਕ ਕਹਿ ਬਰ ਦੀਨੋ ਦੇਵਾ। ਕੋਈ ਇਸ ਤਰ੍ਹਾਂ ਕਹੀ ਜਾਂਦੇ ਨੇ ਕਈ ਲੋਕ
ਵੀ ਇਹਨੂੰ ਲੱਗਦਾ ਕਿਸੇ ਵੱਡੇ ਦੇਵਤੇ ਦਾ ਵਰ ਹੈ, ਕੋਈ ਕਿਤੋਂ ਵਰ ਮਿਲਿਆ ਹੋਇਆ ਹੈ। ਕੋ ਜਾਣੈ ਕੀਏ ਤੰਤਰ ਸੇਵਾ, ਕੋਈ ਇਸ ਤਰ੍ਹਾਂ ਜਾਣੀ ਜਾਂਦੇ, ਕਹਿੰਦੇ ਕਿਸੇ ਤੰਤਰ ਮੰਤਰ ਕਰਨ ਵਾਲਾ, ਉਹਦੀ ਕੋਈ ਸੇਵਾ ਕਰਕੇ ਇਹਨਾਂ ਨੂੰ ਸਾਰਾ ਕੁਝ ਮਿਲਿਆ ਹੈ। ਤੰਤਰ ਵਾਹੂ ਧਾਗਾ ਵਗੈਰਾ ਲੈ ਕੇ ਉੱਤੇ ਮੰਤਰ ਜੇ ਪੜ੍ਹ ਕੇ ਦੇ ਦੇਣੇ ਕਿਸੇ ਨੂੰ, ਇਹ ਤੰਤਰ ਵਿਦਿਆ ਇਹ ਇਹਨਾਂ ਦੇ ਕੋਲੇ ਹੋਵੇਗੀ। ਇਸ ਤਰ੍ਹਾਂ ਤਾਂ ਇਹ ਵਰਤਾਈ ਜਾਂਦੇ ਹਨ। ਭਾਖਤ ਕੋਏ ਭਗਤ ਇਹੋ ਪੂਰਾ, ਕੋਈ ਇਸ ਤਰ੍ਹਾਂ ਅੰਦਾਜ਼ਾ ਲਾਉਂਦੇ ਜਿਹੜੇ ਥੋੜੀ ਬਹੁਤੀ ਸੰਗਤ ਕਰਦੇ ਸੀ, ਉਹ ਕਹਿੰਦੇ ਨੇ ਵੀ ਨਹੀਂ, ਇਹ ਪਰਮੇਸ਼ਰ ਦਾ ਕੋਈ ਪੂਰਾ ਭਗਤ ਹੈ। ਸ੍ਰੀ ਹਰਿ ਕੋਸ਼ ਕਰੈ ਨਹਿ ਊਰਾ, ਇਸ ਕਰਕੇ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹ ਇਹਦੇ ਖਜ਼ਾਨੇ ਨੂੰ ਊਣਾ ਨਹੀਂ ਕਰਦਾ ਹੈ। ਕੋ ਇੱਕ ਕਹਿ ਨਿੱਧ ਸਿੱਧ ਪਾਸੂ, ਕੋਈ ਇੱਕ ਇਹ ਨੇ ਜਿਹੜੇ ਇਹ ਕਹੀ ਜਾਂਦੇ ਆ ਕਿ ਇਹਨਾਂ ਕੋਲੇ ਨਿੱਧੀਆਂ ਸਿੱਧੀਆਂ ਹਨ। ਨਿੱਧ 9 ਨਿੱਧਾਂ 18 ਸਿੱਧਾਂ ਉਹ ਇਹਨਾਂ ਦੇ ਕੋਲ ਹੈ। ਦਾ ਦੇਤ ਦਾਨ ਦੀਨਨ ਕੋ ਆਸੂ, ਇਸ ਕਰਕੇ ਇਹ ਵੇਖੋ ਵੀ ਜਿਹੜੇ ਦੀਨ ਹੈ, ਗਰੀਬ ਹੈ, ਉਹਨਾਂ ਨੂੰ ਜਿਹੜਾ ਹੈ ਬਹੁਤ ਦਾਨ ਉਹ ਇਸ ਕਰਕੇ ਦੇ ਰਹੇ ਨੇ। ਜਿਨ ਪਰ ਕਰਨਾ ਦ੍ਰਿਸ਼ਟ ਨਿਹਾਰੀ, ਤੇ ਜਿਨ੍ਹਾਂ ਦੇ ਉੱਤੇ ਭਾਈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਰੁਣਾ ਮਿਹਰ ਦੀ ਨਦਰ ਜਿਹੜੀ ਹੈ ਦ੍ਰਿਸ਼ਟੀ ਕੀਤੀ ਹੋਈ ਹੈ। ਜਿਨ ਪਰ ਕੋਈ ਐਸੇ ਨੇ ਜਿਨ੍ਹਾਂ ਦੇ ਉੱਤੇ ਕਰੁਣਾ ਕਿਰਪਾ ਦੀ ਜਿਹੜੀ ਦ੍ਰਿਸ਼ਟੀ ਹੈ, ਕਿਰਪਾ ਦ੍ਰਿਸ਼ਟੀ ਮਹਾਰਾਜ ਨੇ ਵੇਖਿਆ, ਇਹ ਗੁਰੂ ਦੀ ਨਜ਼ਰ ਹੈ। ਇਹ ਕੋਈ ਮਹਾਰਾਜ ਦੇਖੋ, ਆਪਾਂ ਗੁਰਮੁਖੋ ਸ਼ੁਭ ਕਰਮ ਕਰਦੇ ਆ, ਕੋਈ ਦਾਨ ਪੁੰਨ ਭਜਨ ਬੰਦਗੀ, ਇਸ ਵਾਸਤੇ ਹੀ ਹੈ ਕਿ ਮਹਾਰਾਜ ਦੀ ਕਟਾਖਸ਼ ਨਜ਼ਰ ਪੈ ਜੇ, ਤੇ ਉਹ ਨਜ਼ਰ ਜਿਹੜੀ ਜਿਹਦੇ ਵਿੱਚ ਬਰਕਤਾਂ ਨੇ, ਤੇ ਜੇ ਆਪਾਂ ਸ਼ੁਭ ਕੰਮ ਕਰਾਂਗੇ ਫਿਰ ਉਹ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਵਿਦਾਰੇ, ਸ਼ੁਭ ਨਜ਼ਰ ਕਰਦਾ। ਉਹਦੇ ਨਾਲ ਕੀ ਹੁੰਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਉਹ ਫਿਰ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦਾ ਹੈ। ਤੇ ਗੁਰਮੁਖੋ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਸੁਣਨ ਦਾ ਸੁਭਾਗ ਸਮਾਂ ਮਿਲ ਜਾਂਦਾ ਹੈ ਨਾ, ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਜਿਹਨੂੰ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਨ ਸੁਣਨ ਦਾ ਸਮਾਂ ਮਿਲ ਗਿਆ, ਉਹਦੀ ਭਾਈ ਸਿਫਤ ਸਲਾਹ ਦੀ ਪ੍ਰਾਪਤੀ ਹੋ ਗਈ। ਤੇ ਇਹ ਵੀ ਹੈ ਜੇ ਸ਼ੁਭ ਕਰਮ ਕਰਾਂਗੇ ਫਿਰ ਤਾਂ ਮਿਹਰ ਦੀ ਨਜ਼ਰ ਹੋਵੇਗੀ। ਜੇ ਗੁਰਮੁਖੋ ਗੁਰੂ ਦੇ ਭਾਣੇ ਤੋਂ ਉਲਟ ਕਰਮ ਕਰਾਂਗੇ ਫਿਰ ਦੇਖੋ ਵੀ ਨਜ਼ਰ ਹੈ। ਮਹਾਰਾਜ ਨੇ ਬਚਨ ਕੇ ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ, ਜੇ ਉਹਨੇ ਨਜ਼ਰ ਚੁੱਕ ਲਈ ਪਾਸੇ ਕਰ ਲਈ, ਉਹਦੀ ਨਜ਼ਰ ਤੋਂ ਬਾਹਰ ਉਹਨੇ ਨਜ਼ਰ ਨੂੰ ਉੱਪਰ ਉਠਾ ਲਿਆ, ਫਿਰ ਬੜੇ ਬੜੇ ਸੁਲਤਾਨਾਂ ਨੂੰ ਘਾਹ ਬਣਾ ਦਿੰਦਾ ਹੈ। ਇਸ ਤਰ੍ਹਾਂ ਜਿਨ ਪਰ ਕਰਨਾ ਦ੍ਰਿਸ਼ਟ ਨਿਹਾਰੀ, ਜਿਨ੍ਹਾਂ ਉੱਤੇ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਿਆ। ਹਿਰਦੈ ਅਵਿਦਿਆ ਹਿਰਦੈ ਅਵਿਦਿਆ ਦੂਰ ਵਿਦਾਰੀ, ਉਹਨਾਂ ਦੇ ਹਿਰਦੇ ਦੀ ਵਿਦਿਆ ਗਿਆਨਤਾ ਨੂੰ ਦੂਰ ਕਰ ਦਿੱਤਾ, ਵਿਦਾਰਤਾ ਨਾਸ਼ ਕਰ ਦਿੱਤਾ। ਸੋ ਜਾਣੈ ਪਰਮੇਸ਼ਰ ਆਪੂ, ਉਹ ਫਿਰ ਜਿਹੜੇ ਲੋਕ ਨੇ ਉਹ ਇਹ ਜਾਣਦੇ ਵੀ ਨਹੀਂ, ਇਹ ਨਾ ਤਾਂ ਇਹਨਾਂ ਨੂੰ ਕੋਈ ਪਾਰਸ ਇਹਨਾਂ ਕੋਲੇ, ਨਾ ਇਹ ਤੰਤਰ ਵਗੈਰਾ, ਨਾ ਕੋਈ ਰਿੱਧੀ ਸਿੱਧੀ ਦੀ ਵਰਤੋਂ ਕਰਦੇ ਐ, ਇਹ ਕੋਈ ਭਗਤ ਨਹੀਂ, ਇਹ ਤਾਂ ਆਪ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਸੋ ਜਾਣੈ ਪਰਮੇਸ਼ਰ ਆਪੂ, ਧਰਾ ਅਵਤਾਰ ਕਰਹਿ ਦੁਖ ਖਾਪੂ, ਤੇ ਇਹਨਾਂ ਪਰਮੇਸ਼ਰ ਨੇ ਇਹ ਗੁਰੂ ਨਾਨਕ ਦੇ ਮਹਾਰਾਜ ਦੇ ਰੂਪ ਵਿੱਚ ਅਵਤਾਰ ਧਾਰਿਆ, ਜੋ ਦੁੱਖਾਂ ਦਾ ਨਾਸ਼ ਕਰਨ ਦੇ ਵਾਸਤੇ। ਸੋ ਸ਼ਰਧਾ ਧਰ ਦਰਸ਼ਨ ਕਰਹੀ, ਉਹ ਫਿਰ ਪ੍ਰਾਣੀ ਜਿਹੜੇ ਨੇ ਸ਼ਰਧਾ ਧਾਰ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਨ। ਕਿਰਪਾ ਕਰਦੇ ਸਤਿਗੁਰੂ ਜੀ। ਮੋਹ ਜਨਤ ਸੰਸੈ ਸਭ ਹਰਹੀ,
ਜੋ ਮੋਹ ਦੁਆਰਾ ਜਣੇ, ਮੋਹ ਤੋਂ ਪੈਦਾ ਹੋਏ, ਜਿੰਨੇ ਵੀ ਮੋਹ ਕਰਕੇ ਪੈਦਾ ਹੋਏ ਸੰਸ਼ੇ ਹੈ, ਉਹ ਸਾਰੇ ਨਾਸ਼ ਹੋ ਰਹੇ ਨੇ। ਜੇ ਕੋ ਸੀਖ ਆਨ ਕਰ ਲੇ, ਤੇ ਜਿਹੜਾ ਕੋਈ ਮਹਾਰਾਜ ਦੀ ਭਾਈ ਆ ਕੇ ਸਿੱਖਿਆ ਉਪਦੇਸ਼ ਲੈ ਲੈਂਦਾ ਹੈ, ਬਚਨ ਭਨਤ ਭ੍ਰਮ ਕੋ ਤਜ ਦੇ, ਤਾਂ ਮਹਾਰਾਜ ਉਹਨੂੰ ਬਚਨ ਕਰਕੇ ਨਾ ਉਹਦੇ ਜਿਹੜੇ ਭਰਮ ਨੇ ਉਹ ਬਚਨ ਭਨਤ, ਬਚਨ ਹੁੰਦਿਆਂ ਹੀ ਸਾਰੇ ਭਰਮਾਂ ਨੂੰ ਛੱਡ ਦਿੰਦੇ ਹਨ। ਆਸ ਪ੍ਰਕਾਰ ਇੱਕ ਕਾਲ ਬਿਤਾਵਾ, ਇਸ ਤਰ੍ਹਾਂ ਸਮਾਂ ਲੰਘਦੇ 1 ਸਾਲ ਬੀਤਿਆ। ਜਾਚਕ ਛੂਛੋ ਕੋ ਨ ਸਿਧਾਵਾ, ਕੋਈ ਮੰਗਤਾ ਜਿਹੜਾ ਖਾਲੀ ਨਹੀਂ ਜਾਂਦਾ ਹੈ। ਹਿਰਦੈ ਨਾਨਕੀ ਕੀਨ ਵਿਚਾਰਾ, ਤਾਂ ਫਿਰ ਹਿਰਦੇ ਵਿੱਚ ਬੇਬੇ ਨਾਨਕੀ ਨੇ ਵਿਚਾਰ ਕੀਤੀ। ਭਰਾਤ ਭਾਰ ਜਾ ਆਏ ਅਗਾਰਾ, ਕਿ ਹੁਣ ਜੋ ਭਰਾਤ ਭਾਰਜਾ ਨਾਮ ਹੈ ਪਤਨੀ ਦਾ, ਜੋ ਭਰਾ ਦੀ ਪਤਨੀ ਹੈ ਉਹ ਹੁਣ ਆ ਜਾਵੇ ਅਗਾਰਾ। ਕੀ ਇਹ ਘਰ ਦੇ ਵਿੱਚ ਸਭ ਹੈ ਸੰਭਾਰਨ ਸੰਭੈ ਸੋ, ਸਾਰਾ ਕੁਝ ਸਾਜੋ ਸਮਾਨ ਜੋ ਕਰਦਾ ਹੁਣ ਜ਼ਿੰਮੇਵਾਰੀ ਉਹ ਆਪ ਸਾਂਭੇ। ਤਹਿ ਬਿਨ ਘਰ ਕੀ ਰੀਤ ਨ ਕੋ, ਕਿਉਂਕਿ ਉਹਦੇ ਬਿਨਾ ਵੀ ਹੁਣ ਘਰ ਦੀ ਤਾਂ ਕੋਈ ਮਰਜ਼ਾਦਾ ਨਹੀਂ ਹੈ। ਇਸਤਰੀ ਬਿਨਾ ਘਰ ਦੀ ਕਿਆ ਮਰਜ਼ਾਦਾ ਹੈ। ਯਾ ਵਿਦ ਕਰ ਉਰ ਕੀ ਅਭਿਲਾਖਾ, ਇਸ ਤਰ੍ਹਾਂ ਹਿਰਦੇ ਦੀ ਮਨ ਦੀ ਅਭਿਲਾਸ਼ਾ ਕਰਕੇ ਪਤ ਕੇ ਨਿਕਟ ਬਚਨ ਪੁਨ ਭਾਖਾ। ਆਪਣੇ ਪਤੀ ਭਾਈਆ ਜੈ ਰਾਮ ਜੀ ਦੇ ਕੋਲੇ ਫਿਰ ਬੇਬੇ ਨਾਨਕੀ ਨੇ ਇਸ ਤਰ੍ਹਾਂ ਬਚਨ ਕਿਹਾ ਹੈ। ਮਨ ਜੋ ਯੋਗ ਕੋ ਦੇਹ ਪਠਾਈ, ਵੀ ਹੁਣ ਇਉਂ ਕਰੋ, ਬਹੁਤ ਸਮਾਂ ਹੋ ਗਿਆ ਹੈ। ਉਹਨਾਂ ਸਮਿਆਂ ਵਿੱਚ ਐਸਾ ਹੀ ਹੁੰਦਾ ਸੀ ਕਿ ਵਿਵਾਹ ਤੋਂ ਬਾਅਦ ਪਹਿਲੀ ਵਾਰ ਸਾਲ ਤੱਕ ਲੜਕੀ ਘਰ ਦੇ ਵਿੱਚ ਰਹਿ ਆਉਂਦੀ ਸੀ, ਤੇ ਫਿਰ ਜਾਣਾ, ਇਹ ਰਵਾਇਤੀ ਰਿਵਾਜ ਹੁੰਦੇ ਸਨ। ਕਿਹਾ ਮਨ ਜੋ ਯੋਗ ਕੋ ਦੇਹੋ ਪਠਾਈ, ਵੇ ਪਤੀ ਦੇਵ ਕੋਈ ਸਿਆਣਾ ਮਨੁੱਖ ਸੁਨੇਹਾ ਦੇਵੇ ਜਾ ਕੇ, ਕਿਸੇ ਨੂੰ ਯੋਗ ਜਾਣ ਕੇ ਭੇਜੋ। ਭਰਾਤ ਭਾਰ ਜਾ ਲੇਹੋ ਮੰਗਾਈ, ਸੁਨੇਹਾ ਦਿਓ ਕਿ ਜੋ ਭਰਾ ਦੀ ਪਤਨੀ ਹੈ ਮਾਤਾ ਨਾਨਕੀ, ਉਸ ਨੂੰ ਹੁਣ ਮੰਗਾ ਲਈਏ। ਸੁਨ ਜਾ ਰਾਮ ਤਬ ਮਨ ਜੋ ਬੁਲਾਏ, ਇਹ ਸੁਣ ਕੇ ਜੈ ਰਾਮ ਜੀ ਨੇ ਇੱਕ ਭਾਈ ਪੁਰਸ਼ ਨੂੰ ਸੱਦਿਆ ਹੈ। ਭਲੀ ਰੀਤ ਸੋ ਤਹਿ ਭਦਰਾਏ, ਭਲੀ ਰੀਤ ਦੇ ਮੁਤਾਬਕ ਉਸ ਨੂੰ ਬਟਾਲੇ ਵੱਲ ਭੇਜਿਆ ਹੈ। ਮੂਲ ਚੰਦ ਕੋ ਸਦਨ ਸੁਹਾਵਾ, ਤੇ ਉਹ ਜਿਹੜਾ ਮਨੁੱਖ ਸੀ ਮੂਲ ਚੰਦ ਦੇ ਘਰ ਪਹੁੰਚਿਆ। ਪਹੁੰਚਿਓ ਜਾਏ ਸੰਦੇਸ਼ ਸੁਨਾਵਾ, ਜਾ ਕਰਕੇ ਜੋ ਸੁਨੇਹਾ ਸੀ ਉਹ ਭਾਈ ਸੁਣਾ ਦਿੱਤਾ ਹੈ। ਕਰ ਵਿਚਾਰ ਤਬ ਚੰਦੋ ਰਾਣੀ, ਤੇ ਵਿਚਾਰ ਕਰਕੇ ਮਹਾਰਾਜ ਦੀ ਸੱਸ ਮਾਤਾ ਸੁਲੱਖਣੀ ਜੀ ਦੀ ਮਾਤਾ, ਉਹ ਮਾਤਾ ਚੰਦੋ ਰਾਣੀ, ਸੁਤਾ ਸਨੇਹ ਵਿਖੈ ਮਨ ਮਾਨੀ, ਜੋ ਪੁੱਤਰੀ ਦੇ ਪ੍ਰੇਮ ਵਿੱਚ ਮਨ ਕਰਕੇ ਮੰਨੀ ਬਹੁਤ ਭਿੱਜੀ ਹੋਈ ਹੈ, ਬਹੁਤ ਪ੍ਰੇਮ ਕਰਦੀ ਹੈ। ਵੱਡ ਭਾਗਨ ਕੀ ਕੀਨ ਤਿਆਰੀ, ਵੱਡੇ ਭਾਗਾਂ ਵਾਲੀ ਮਾਤਾ ਸੁਲੱਖਣੀ ਦੀ ਹੁਣ ਤਿਆਰੀ ਕੀਤੀ। ਦੀਨੀ ਸੰਗ ਸੌਜ ਤਿਨ ਭਾਰੀ, ਤੇ ਨਾਲ ਸੌਜ ਸਮੱਗਰੀ ਬਹੁਤ ਦਿੱਤੀ ਹੈ। ਦੇਵੀ ਰੂਪ ਸੁਲੱਖਣੀ ਨਾਮਾ, ਜੋ ਭਾਈ ਦੇਵੀਆਂ ਵਰਗਾ ਰੂਪ ਹੈ ਮਾਤਾ ਸੁਲੱਖਣੀ, ਸੁਲੱਖਣੀ ਨਾਮ ਹੈ। ਚੜ ਡੋਰੇ ਗਮਨੀ ਅਬਰਾਮਾ, ਇਉਂ ਡੋਲੇ ਵਿੱਚ ਚੜ ਕੇ ਪ੍ਰੇਮ ਸਹਿਤ ਚੱਲ ਪਈ। ਦਾਸੀ ਸੰਗ ਲਏ ਪੁਰ ਆਈ, ਤੇ ਦਾਸੀ ਨਾਲ ਲਈ ਹੈ, ਸੁਲਤਾਨਪੁਰ ਆ ਗਈ ਹੈ। ਚਰਨ ਨਾਨਕੀ ਕੇ ਲਪਟਾਈ,
ਬੇਬੇ ਨਾਨਕੀ ਦੇ ਚਰਨਾਂ ਨੂੰ ਲਿਪਟੀ ਹੈ, ਦੀਨ ਆਸ ਖਾ ਕਰ ਸਨਮਾਨਾ। ਬੇਬੇ ਨਾਨਕੀ ਨੇ ਸੀਸ ਦਿੱਤੀ, ਸਨਮਾਨ ਕੀਤਾ। ਸਦਨ ਬਸਾਈ ਜੋ ਸ਼ੁਭ ਥਾਨਾ, ਘਰ ਦੇ ਵਿੱਚ ਵਸਾਇਆ ਜੋ ਸ਼ੁਭ ਥਾਨ ਹੈ, ਜਿੱਥੇ ਭਾਈ ਸਤਿਗੁਰਾਂ ਦਾ ਘਰ ਹੈ। ਉਸ ਜਗ੍ਹਾ ਤੇ ਕੇਤਕ ਦਿਵਸ ਬਿਤਾਏ ਤਹਿਵਾ, ਕੁਝ ਕੁ ਦਿਨ ਇਸ ਤਰ੍ਹਾਂ ਉੱਥੇ ਬਤੀਤ ਕੀਤੇ। ਹੁਤੋ ਨਕੇਤ ਨਾਨਕੀ ਜਹਿਵਾ, ਉੱਥੇ ਰਹੇ ਜਿੱਥੇ ਭਾਈ ਬੇਬੇ ਨਾਨਕੀ ਜੀ ਦਾ ਪਹਿਲਾ ਘਰ ਹੈ। ਬਹੁਰ ਨਿਰਾਰਾ ਹਰਮ ਬਨਾਵਾ, ਫਿਰ ਮਹਾਰਾਜ ਨੂੰ ਵੱਖਰਾ ਜੋ ਘਰ ਹੈ ਉਹ ਬਣਾ ਕੇ ਦਿੱਤਾ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੋਹਣਾ ਸੁੰਦਰ, ਜਿੱਥੇ ਹੁਣ ਭਾਈ ਬਹੁਤ ਸੁੰਦਰ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੈ। ਸਰਬ ਰੁਤਨ ਮਹਿ ਸੁਭਾਗ ਸੁਹਾਵਾ, ਐਸਾ ਘਰ ਜਿਹੜਾ ਸਾਰੀਆਂ ਰੁੱਤਾਂ ਦੇ ਵਿੱਚ ਸ੍ਰੇਸ਼ਟ ਭਾਗਾਂ ਨਾਲ ਸ਼ੋਭਦਾ ਹੈ। ਭਾਜਨ ਆਦ ਸੁਹਜ ਜੋ ਚਹੀਆ, ਫਿਰ ਭਾਂਡੇ ਇਤਿਆਦਿਕ ਜੋ ਸਮਾਨ ਚਾਹੀਦਾ ਸੀ, ਸਭ ਅਨਵਾਏ ਧਰੀ ਘਰ ਮਹੀਆ, ਉਹ ਸਾਰਾ ਮੰਗਵਾ ਕੇ ਘਰ ਵਿੱਚ ਰੱਖਿਆ ਹੈ। ਸਰ ਪੀ ਸਿਤਾ ਅੰਨ ਜੇ ਨੀਕੇ, ਫਿਰ ਗੁਰਮੁਖੋ ਸਰ ਪੀ ਸਿਤਾ ਅੰਨ, ਘਿਓ ਖੰਡ ਹੋਰ ਜੋ ਚੰਗਾ ਅਨਾਜ ਸੀ। ਸਰਪੀ ਘਿਓ ਨੂੰ ਕਹਿੰਦੇ ਆ, ਸਿਤਾ ਖੰਡ ਨੂੰ ਕਹਿੰਦੇ ਆ। ਹੋਰ ਭਾਈ ਸ਼ੁਭ ਅਨਾਜ ਵਗੈਰਾ ਆਨ ਧਰੈ ਸਭ ਭਾਵਤ ਜੀ ਕੇ, ਜੋ ਭਾਈ ਜੀ ਨੂੰ ਭਾਉਂਦੇ ਹਨ ਉਹ ਸਾਰੇ ਲਿਆ ਕੇ ਧਰ ਦਿੱਤੇ ਘਰ ਦੇ ਵਿੱਚ। ਦੋਹਰਾ ਕੰਚਨ ਭੂਖਨ ਨਗ ਜਟੇ, ਪਹਿਰਾਏ ਘਰ ਵਾਏ, ਸੋਨੇ ਦੇ ਗਹਿਣੇ ਨਗਾਂ ਨਾਲ ਜੜੇ ਹੋਏ ਉਹ ਕਢਵਾ ਕੇ ਪਹਿਨਾਏ ਹਨ। ਹਰਖੀ ਔਰ ਬਹੁ ਨਾਨਕੀ, ਭਰਾਤਾ ਪਹੁਨ ਬਸਾਏ, ਬੇਬੇ ਨਾਨਕੀ ਹਿਰਦੇ ਤੋਂ ਬਹੁਤ ਖੁਸ਼ ਹੋਈ ਹੈ ਕਿ ਜਿਹੜਾ ਭਰਾ ਦਾ ਘਰ ਹੈ ਉਹ ਬਸਿਆ ਬਣ ਗਿਆ ਹੈ। ਚੌਪਈ ਕਮਲ ਬਦਨ ਨਿਜ ਸਦਨ ਨ ਆਵਹਿ, ਕਮਲ ਮੁਖ ਵਾਲੇ ਸਤਿਗੁਰੂ ਜੀ ਘਰ ਨਹੀਂ ਅਜੇ ਆਉਂਦੇ ਹਨ। ਆਪਨ ਪਰਨਿਸ ਦਿਵਸ ਬਿਤਾਵਹਿ, ਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਮਹਾਰਾਜ ਦੀ ਸਾਰੀ ਗੁਰਮੁਖੋ ਖੇਡ ਹੈ ਆਪਨ ਪਰ। ਹੋਰ ਥਾਂ ਦੇ ਉੱਤੇ ਮਹਾਰਾਜ ਜਿਹੜਾ ਦਿਨ ਤੇ ਰਾਤ ਬਤੀਤ ਕਰਦੇ ਨੇ। ਜੇ ਕਾਵੇ ਆਵਹਿ ਦੀਨਨ ਨਾਥਾ, ਜੇ ਕਦੇ ਆਉਂਦੇ ਹਨ ਗਰੀਬਾਂ ਦੇ ਮਾਲਕ। ਭਨਤ ਨ ਬਚਨ ਸੁਲੱਖਣੀ ਸਾਥਾ, ਬਹੁਤੀ ਗੱਲਬਾਤ ਮਾਤਾ ਸੁਲੱਖਣੀ ਨਾਲ ਕਰਦੇ ਨਹੀਂ, ਚੁੱਪ ਇਕਾਗਰ ਰਹਿੰਦੇ ਨੇ। ਕਿੰਚਿਤ ਪ੍ਰੀਤ ਨ ਕਿਤ ਤੇ ਕਰਈ, ਭੋਰਾ ਵੀ ਕਿਸ ਤਰ੍ਹਾਂ ਪ੍ਰੀਤੀ ਨਹੀਂ ਕਰਦੇ ਹਨ। ਆਨ ਦਰਬ ਕਛ ਧਾਮ ਨ ਧਰਈ, ਕੋਈ ਧਨ ਵਗੈਰਾ ਲਿਆ ਕੇ ਵੀ ਘਰ ਦੇ ਵਿੱਚ ਨਹੀਂ ਧਰਦੇ ਨੇ। ਦੀਨਾ ਨ ਦੇਨੋ ਦਾਨ ਗੁਸਾਈ, ਗਰੀਬਾਂ ਨੂੰ ਹੀ ਮਾਲਕ ਦਾਨ ਕਰ ਰਹੇ ਹਨ। ਕਰ ਦੁਕਾਨ ਜਗ ਰੀਤ ਚਲਾਈ, ਇਹ ਦੁਕਾਨ ਕਰਕੇ ਤੇ ਇੱਕ ਮਹਾਰਾਜ ਨੇ ਜਗਤ ਦੀ ਰੀਤੀ ਚਲਾਈ ਹੈ। ਤੋਟਕ ਛੰਦ ਏਕ ਦਿਵਸ ਗਏ ਭਗਨੀ ਸਦਨੰ, ਇੱਕ ਦਿਨ ਮਹਾਰਾਜ ਭਗਨੀ ਭੈਣ ਦੇ ਘਰੇ ਗਏ ਹਨ। ਬਿਕਲੰਕ ਮਿਅੰਕ ਬਨਿਓ ਬਦਨੰ, ਬਿਕਲੰਕ, ਬਿਕਲੰਕ ਦਾ ਭਾਵ ਹੈ ਕਿ ਬੇਕਲੰਕ, ਕਲੰਕ ਤੋਂ ਰਹਿਤ ਜੋ ਹੈ। ਮਿਅੰਕ, ਮਿਅੰਕ ਨਾਮ ਚੰਦਰਮਾ ਦਾ, ਬਦਨ ਨਾਮ ਮੁਖ ਦਾ। ਕਲੰਕ ਤੋਂ ਰਹਿਤ ਕਿਉਂ ਕਿਹਾ ਇੱਥੇ? ਕਿਉਂਕਿ ਚੰਦਰਮੇ ਨੂੰ ਵੀ ਕਲੰਕ ਲੱਗਿਆ ਹੋਇਆ ਨਾ, ਦਾਗ ਹੈ। ਚੰਦਰਮੁਖ ਤਾਂ ਕਹਿਤਾ ਮਹਾਰਾਜ ਦਾ ਮੁਖੜਾ, ਤੇ ਉਤਾਰਨਾ ਪੜ੍ਹਦੇ ਸੀ ਨਾ, ਇਹ ਚੰਦ ਨੂੰ ਤਾਂ ਦਾਗ ਲੱਗਿਆ, ਮੇਰੇ ਗੁਰਾਂ ਨੂੰ ਦਾਗ ਨਾ ਕੋਈ। ਗੁਰੂ ਦਾ ਮੁਖ ਚੰਦਰਮਾ ਪਰ ਹੈ ਉਹ ਨਿਕਲੰਕ ਹੈ, ਕਲੰਕ ਤੋਂ ਰਹਿਤ ਹੈ।
ਬੇਕਲੰਕ ਮੇ ਅੰਕ ਬਨਿਓ ਬਦਨੰ। ਐਸਾ ਮੁਖ ਭਾਈ ਜਿਹੜਾ ਚੰਦਰਮਾ ਵਤ ਕਲੰਕ ਤੋਂ ਰਹਿਤ ਬਣਿਆ ਹੈ। ਪਦ ਮੰਦੈ ਮੰਦ ਧਰੈ ਧਰਨੀ। ਪਦ ਮਹਾਰਾਜ ਹੌਲੀ ਹੌਲੀ ਧਰਤੀ ਤੇ ਚਰਨ ਰੱਖਦੇ। ਉਪਮਾ ਅਰਬਿੰਦ ਭਲੇ ਬਰਨੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜੋ ਭਾਈ ਕਮਲਵਤ ਉਪਮਾ ਹੈ ਉਹ ਭਲੀ ਪ੍ਰਕਾਰ ਸੰਤ ਨੇਣ ਜੀ ਕਹਿੰਦੇ ਵਰਣਨ ਕਰਦਾ, ਕਥਨ ਕਰਦਾ ਹਾਂ। ਭਗਨੀ ਪਿਖ ਸ੍ਰੀ ਮੁਖ ਕੋ ਹਰਖੀ। ਤੇ ਭੈਣ ਸਤਿਗੁਰੂ ਜੀ ਦੇ ਸੁਹਾਏਮਾਨ ਮੁਖ ਨੂੰ ਜਦੋਂ ਵੇਖਿਆ ਖੁਸ਼ ਹੋਈ। ਜਨ ਆਨੰਦਤਾ ਜਗ ਕੀ ਕਰਖੀ। ਜਾਣੋ ਸਾਰੇ ਜਗਤ ਦੀ ਆਨੰਦਤਾ ਹੀ ਇਕੱਠੀ ਹੋਈ ਹੈ। ਤੁਲਸਾਂ ਪਰੇ ਅੰਕ ਮਨੋਗ ਡਸਾ। ਤੁਲਸਾ ਨੇ ਜਿਹੜਾ ਹੈ ਉਹ ਭਾਈ ਪਲੰਗ ਇੱਕ ਸੁੰਦਰ ਜਿਹੜਾ ਉਹ ਡਾਇਆ ਵਿਛਾਉਣਾ ਵਿਛਾਇਆ ਹੈ। ਢਿੱਗ ਬੈਠ ਗਈ ਕਹਿ ਬੈਨ ਸੁਸਾ। ਤੇ ਕੋਲ ਬਹਿ ਕੇ ਭੈਣ ਜੋ ਹੈ ਉਹ ਇਸ ਤਰ੍ਹਾਂ ਹੁਣ ਬਚਨ ਕਹਿਣ ਲੱਗੀ। ਕਿਰਪਾ ਸੇ ਨਕੇਤ ਧਰੇ ਚਰਨ। ਕਿ ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਘਰ ਵਿੱਚ ਚਰਨ ਪਾਏ ਹਨ। ਮਨ ਜਾਣਤ ਹਉ ਜੇ ਭਈ ਕਰਨਾ। ਜੋ ਇਹ ਕਿਰਪਾ ਹੋਈ ਹੈ ਮਨ ਕਹਿੰਦੇ ਇਸ ਤਰ੍ਹਾਂ ਹੀ ਜਾਣਦਾ ਵੀ ਤੇ ਬਹੁਤ ਵੱਡੀ ਕਿਰਪਾ ਹੋਈ। ਮੁਖ ਹੇਰਨ ਕੀ ਚਿਤ ਚਾਹੇ ਸਦਾ। ਮੇਰੇ ਅੰਦਰ ਤਾਂ ਹੈ ਭਰਾ ਤੇਰਾ ਮੁਖ ਵੇਖਣ ਦੀ ਹਮੇਸ਼ਾ ਹੀ ਚਾਹਨਾ ਹੈ। ਨਿਜ ਯਾਦ ਕਰੋ ਤੁਮ ਆਵੋ ਕਦਾ। ਮੈਂ ਤਾਂ ਨਿਜ ਯਾਦ ਦਾ ਭਾਵ ਇੱਥੇ ਨਿਤ ਸ਼ਬਦ ਠੀਕ ਹੈ। ਨਿਤ ਯਾਦ ਮੈਂ ਹਮੇਸ਼ਾ ਯਾਦ ਕਰਦੀ ਹਾਂ ਵੀ ਕਦੇ ਤੁਸੀਂ ਆਵੋ ਘਰ ਵਿੱਚ। ਪੁੰਨ ਨਾਨਕ ਬੈਨ ਭਨੇ ਮੁਖ ਸੁਣੀਏ। ਫਿਰ ਭਾਈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖੋਂ ਬਚਨ ਕਹੇ ਵੀ ਹੇ ਭੈਣ ਸੁਣ। ਨਿਜ ਦਾਸ ਸਦਾ ਹਮ ਕੋ ਜਨੀਏ। ਤੂੰ ਹਮੇਸ਼ਾ ਮੈਨੂੰ ਆਪਣਾ ਭੈਣ ਦਾਸ ਜਾਣ। ਅਬ ਲੱਖ ਹੈ ਕਾਰਨ ਕੀ ਕਰ ਹਾਂ। ਅਭਿਲਾਸ਼ਾ ਜਿਹੜੀ ਹੈ ਉਹ ਕਾਰਨ ਕੀ ਕਰ ਹਾਂ। ਕਾਰਨ ਦੀ ਅਭਿਲਾਸ਼ਾ ਜੋ ਹੈ ਜੋ ਵੀ ਮਨ ਦੀ ਅਭਿਲਾਸ਼ਾ ਕੀ ਇੱਛਾ ਚਾਹਨਾ ਉਹ ਕਰ ਦੇ। ਤਬ ਤੂਰਨ ਆਵਨ ਮੈਂ ਟਰ ਹਾਂ। ਇਹ ਬਚਨ ਸੀ ਵੀ ਭੈਣ ਜਦੋਂ ਅਭਿਲਾਸ਼ਾ ਕਰੋਗੇ ਮੈਂ ਤੁਰੰਤ ਆ ਜਾਵਾਂਗਾ, ਟਲਾਂਗਾ ਨਹੀਂ, ਦੇਰ ਨਹੀਂ ਲਾਵਾਂਗਾ। ਮੁਝ ਤੇ ਬੈ ਧੀਰਗ ਹੈ ਤੁਮਰੀ। ਮੇਰੇ ਨਾਲੋਂ ਭੈਣ ਤੇਰੀ ਜਿਹੜੀ ਉਮਰ ਉਹ ਵੱਡੀ ਹੈ। ਨਿਤ ਆਇਸ ਮੈਂ ਲਿਪਸਾ ਹਮਰੀ। ਨਿਤ ਆਇਸ ਮੈਂ ਲਿਪਸਾ ਹਮਰੀ। ਤੇ ਇਉਂ ਤੇਰੀ ਆਗਿਆ ਵਿੱਚ ਰਹਾਂ। ਤੂੰ ਮੇਰੇ ਤੋਂ ਉਮਰ ਵਿੱਚ ਵੱਡੀ ਹੈ ਭੈਣ ਹੈ। ਇਹੀ ਲਿਪਸਾ ਹਮਰੀ ਇਹ ਮੇਰੀ ਇੱਛਾ ਹੈ। ਤੁਮ ਵਾਕ ਨ ਮੋਰੋ ਮੈਂ ਕਬਹੀ। ਹੇ ਭੈਣ ਮੈਂ ਤੇਰਾ ਕਦੇ ਬਚਨ ਨਾ ਮੋੜਾਂਗਾ। ਪ੍ਰਤਾਪ ਅਹੈ ਤੁਮਰਾ ਸਭ ਹੀ। ਇਹ ਸਾਰਾ ਹੇ ਭੈਣ ਬੇਬੇ ਨਾਨਕੀ ਤੇਰਾ ਪ੍ਰਤਾਪ ਹੈ। ਜਗ ਕਾਰਜ ਜਾਰ ਸਮਾਨ ਫਸੇ। ਇਹ ਜਗ ਦੇ ਕਾਰਜਾਂ ਦੇ ਵਿੱਚ ਯਾਰ ਸਮਾਨ ਫਸੇ। ਕਹਿੰਦੇ ਜਿਵੇਂ ਕੋਈ ਫਸ ਜਾਂਦਾ ਹੈ ਨਾ ਜਗਤ ਦੇ ਕਾਰਜ ਜਿਹੜੇ ਆ। ਜਿਵੇਂ ਕੋਈ ਸੰਸਾਰ ਦੇ ਵਿੱਚ ਬਹੁਤ ਦੁਨੀਆ ਉਹ ਕੰਮਾਂ ਕਾਰਾਂ ਵਿੱਚ ਤੇ ਕਈ ਵੀ ਭਾਈ ਮਹਾਰਾਜ ਦੇ ਦਰ ਤੇ ਉਹਨੇ ਕਹਿੰਦੇ ਕੰਮ ਚੋਂ ਹੀ ਨਹੀਂ ਟਾਈਮ ਮਿਲਦਾ। ਮੱਥਾ ਟੇਕਣ ਦਾ ਸਾਡੇ ਕੋਲੇ ਟਾਈਮ ਨਹੀਂ ਹੈ। ਇਸ ਤਰ੍ਹਾਂ ਦੀ ਵੀ ਜਿਹੜੀ ਹੈ ਉਹ ਵੱਖ-ਵੱਖ ਰੂਪਾਂ ਵਿੱਚ ਤੇ ਹੁੰਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜੇ ਫਸੇ। ਬਿਲ ਗਏ ਜੋ ਮਿਲੇ ਬਿਨ ਕਿਉਂ ਨਿਕਸੇ। ਬਿਲ ਗਏ ਜੋ ਮਿਲੇ ਜਿਹੜੇ ਕਹਿੰਦੇ ਖੱਡਾਂ ਦੇ ਵਿੱਚ ਮਿਲੇ ਹੋਏ ਨੇ ਭਾਵ ਉਹ ਫਿਰ ਉਹ ਕਿਵੇਂ ਨਿਕਲਣ। ਉਹ ਤਾਂ ਉੱਥੇ ਹੀ ਫਸੇ ਰਹਿੰਦੇ ਹਨ। ਢਿਗ ਹੋਵਨ ਭੀ ਨਹਿ ਮੇਲ ਬਨੈ। ਉਹ ਤਾਂ ਕੋਲ ਵੀ ਹੋਣ ਫਿਰ ਵੀ ਕੋਈ ਮੇਲ ਨਹੀਂ ਬਣਦਾ ਹੈ। ਦ੍ਰਿਸ਼ਟਾਂਤ ਇਹ ਮਤਵਾਨ ਭਨੈ। ਇਹ ਦ੍ਰਿਸ਼ਟਾਂਤ ਸਿਆਣੇ ਪੁਰਸ਼ ਕਹਿੰਦੇ ਹਨ।
ਭਗਨੀ ਬਚ ਬੋਲਤ ਆਨਨ ਸੋ। ਫਿਰ ਭਾਈ ਮੁਖ ਤੋਂ ਭੈਣ ਬੇਬੇ ਨਾਨਕੀ ਕਹਿ ਰਹੀ ਹੈ, ਅਸ ਗਾਥ ਕਥੋ ਅਨਜਾਨਨ ਸੋ। ਇਹ ਜੀਆਂ ਤਾਂ ਤੁਸੀਂ ਜਿਹੜੀਆਂ ਕਥਾਵਾਂ ਨੇ ਅਣਜਾਣਾ ਵਾਂਗੂ ਕਹਿੰਦੇ ਹੋ। ਭਵ ਤਾਰਨ ਕੋ ਭਵ ਲੀਨ ਤੁਮੈ। ਇਹ ਤਾਂ ਤੁਸੀਂ ਇਹ ਕਥਾ ਕਹਾਣੀਆਂ ਤਾਂ ਜਾਂ ਅਸ ਗਾਥ ਕਥੋ ਅਨਜਾਨਨ ਸੋ, ਇਹ ਜੀਆਂ ਗੱਲਾਂ ਤਾਂ ਹੈ ਭਰਾ ਉਹਨਾਂ ਕੋਲੇ ਕਰ ਜਿਹੜੇ ਤੇਰੇ ਭੇਦ ਨੂੰ ਜਾਣਦੇ ਨਹੀਂ ਹਨ। ਇਸ ਕਰਕੇ ਮੈਨੂੰ ਸਾਰਾ ਇਹ ਗਿਆਨ ਹੈ। ਭਵ ਤਾਰਨ ਕੋ ਭਵ ਲੀਨ ਤੁਮੈ। ਤੁਸੀਂ ਇਸ ਭਵਜਲ ਤੋਂ ਸਭ ਨੂੰ ਤਾਰਨ ਵਾਸਤੇ ਹੀ ਭਵ ਲਿਆ ਹੈ, ਅਵਤਾਰ ਧਾਰਿਆ ਹੈ। ਗਤ ਦਾਇਕ ਨਾ ਪ੍ਰਭਾਵ ਹਮੈ। ਇਸ ਕਰਕੇ ਹੇ ਮੁਕਤੀ ਦਾਤਾ ਤੁਸੀਂ ਸਾਨੂੰ ਭਰਮਾਵੋ ਨਾ। ਦੋਹਰਾ ਇਹ ਵਿਦ ਕੀ ਸੁਧ ਤੁਮ ਹੈ ਕੋ, ਜਾਨੋ ਸਭ ਵਿਚਾਰ। ਇਹ ਜਿਹੜੀ ਵਿਦ ਹੈ ਇਸ ਹਾਲਤ ਦੀ ਹੈ ਭੈਣ ਤੈਨੂੰ ਸਾਰੀ ਸੋਝੀ ਹੈ। ਜਾਂ ਭੈਣ ਨੇ ਕਿਹਾ ਵੀ ਇਸ ਹਾਲਤ ਦੀ ਹੈ ਭਰਾ ਮੇਰੀ ਵਿਦ ਦੀ ਅਵਸਥਾ ਦੀ ਤੈਨੂੰ ਸਾਰੀ ਸੋਝੀ ਹੈ। ਜਾਨੋ ਸਭ ਵਿਚਾਰ, ਜੋ ਸਾਰੇ ਵਿਚਾਰਾਂ ਨੂੰ ਤੁਸੀਂ ਜਾਣਦੇ ਹੋ। ਕਰਨਾ ਹੈ ਕਰਤਾਰ ਕੀ, ਤੋ ਪਰ ਸੁਸਾ ਪਾਰ। ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ ਵੀ ਇਸ ਹਾਲਤ ਨੇ ਤੈਨੂੰ ਇਹ ਭੈਣ ਤੈਨੂੰ ਸੋਝੀ ਹੈ, ਤੂੰ ਸਭ ਵਿਚਾਰ ਜਾਣਦੀ ਹੈ। ਕਰਨਾ ਹੈ ਕਰਤਾਰ ਕੀ, ਇਹ ਕਰਤਾਰ ਦੀ ਕਿਰਪਾ ਹੈ। ਤੋ ਪਰ ਸੁਸਾ ਪਾਰ, ਇਹ ਭੈਣ ਤੇਰੇ ਤੇ ਬੇਅੰਤ ਪਰਮੇਸ਼ਰ ਦੀ ਕਿਰਪਾ ਹੈ। ਤੋਟਕ ਛੰਦ ਇੱਕ ਸੋਦਰ ਮੋਹੇ ਬਿਨਤੀ ਸੁਣੀਏ। ਹੁਣ ਜਿਹੜੀ ਹੈ ਕਿ ਇੱਕ ਸੋਦਰ ਦਾ ਭਾਵ ਹੈ ਸਤਿਕਾਰ ਨਾਲ, ਇਹ ਭਰਾ ਪ੍ਰਸੰਨਤਾ ਨਾਲ। ਇੱਕ ਸੋਦਰ ਮੋਹੇ ਬਿਨਤੀ ਸੁਣੀਏ, ਮੇਰੀ ਬੇਨਤੀ ਸੁਣੋ। ਇਹ ਬੈਨ ਭਲੇ ਮਨ ਮੈਂ ਗੁਨੀਏ। ਇਹ ਜਿਹੜੇ ਬਚਨ ਹੈ ਇਹਨਾਂ ਨੂੰ ਮਨ ਵਿੱਚ ਚੰਗੇ ਜਾਣਿਓ। ਅਬ ਆਇਸ ਦੇਹੋ ਕਹੋ ਤਬ ਹੀ। ਹੁਣ ਜੇ ਤੁਸੀਂ ਆਗਿਆ ਦੇਵੋ ਮੈਂ ਤਾਂ ਉਹ ਕਹਾਂ। ਉਚਰੋ ਨਾ ਕਦਾ ਚਿਤ ਯੋ ਕਬ ਹੀ। ਮੈਂ ਕਦੇ ਵੀ ਤੁਹਾਡੀ ਆਗਿਆ ਤੋਂ ਬਿਨਾ ਨਹੀਂ, ਇਹ ਚਿੱਤ ਵਿੱਚ ਜਾਣ ਲੋ, ਕਦੇ ਨਹੀਂ ਕਹਾਂਗੀ। ਜਗ ਤਾਰਨ ਬੈਨ ਬਿਨੈ ਸੁਨ ਕੈ। ਜਗਤ ਦੇ ਤਾਰਨ ਵਾਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੇਨਤੀ ਰੂਪੇ ਬਚਨ ਸੁਣੇ। ਪਰ ਸੀਦਤ ਭੇ ਮਨ ਤਾ ਗੁਣ ਕੈ। ਮਨ ਵਿੱਚ ਵਿਚਾਰ ਕਰਕੇ ਮਹਾਰਾਜ ਤੇ ਜਾਣੀ ਜਾਣ ਪ੍ਰਸੰਨ ਹੋਏ ਹਨ। ਮਨ ਜੌਨ ਪਦਾਰਥ ਸ਼ੰਕ ਬਿਨਾ, ਕਿ ਮਨ ਦੇ ਵਿੱਚ ਜੋ ਵੀ ਹੈ ਸਰਵ ਜੋ ਵੀ ਪਦਾਰਥ ਹੈ ਜੋ ਹੈ ਬਿਨਾ ਸ਼ੰਕੇ ਤੋਂ। ਮੁਖ ਭਾਖੋ ਮੈਂ ਅਨੁਸਾਰ ਸਨਾ। ਹੇ ਭੈਣ ਤੂੰ ਮੁਖੋਂ ਕਹਿ ਮੈਂ ਤੇਰੇ ਅਨੁਸਾਰੀ ਹਾਂ। ਸੁਨ ਸੋਦਰ ਲਾਲਸ ਰਹਿਣ ਦੇਨਾ। ਸੁਨ ਸੋਦਰ ਲਾਲਸ ਸਤਿਕਾਰ ਨਾਲ ਇਹ ਸੁਣ ਕੇ ਕਹਿੰਦੀ ਵੀ ਮੈਨੂੰ ਤਾਂ ਦਿਨ ਰਾਤ ਹੇ ਭਰਾ ਹੁਣ ਇਹ ਲਾਲਸ ਹੈ, ਇੱਛਾ ਹੈ। ਤੁਮ ਤਾਤ ਪਿਖੋਂ ਤੋ ਆਨੰਦ ਕਨਾ। ਇੱਛਾ ਇਹ ਹੈ ਵੀ ਹੁਣ ਮੈਂ ਤੇਰਾ ਪੁੱਤਰ ਵੇਖਾਂ, ਇਹ ਫਿਰ ਮੈਨੂੰ ਬਹੁਤਾ ਆਨੰਦ ਹੈ। ਤੈਹ ਲਾਲਤ ਹੋਏ ਖੁਸ਼ੀ ਹਮਰੇ। ਉਹ ਲਾਲ ਆਵੇਗਾ ਤਾਂ ਉਸਦੇ ਆਉਣ ਨਾਲ ਪੁੱਤਰ ਆਵੇ। ਸਾਨੂੰ ਵੀ ਇਸ ਇਹੀ ਲਾਲਤ ਹੈ, ਇੱਛਾ ਹੈ ਕਿ ਬਹੁਤ ਖੁਸ਼ੀ ਹੋਵੇ। ਅਸ ਜਾਚ ਕਰੋ ਢਿਗ ਮੈਂ ਤੁਮਰੇ। ਐਸੀ ਹੈ ਭਰਾ ਮੈਂ ਤੇਰੇ ਅੱਗੇ ਜਾਚਨਾ ਕਰਦੀ ਹਾਂ। ਸੋਰਠਾ ਭਈ ਮਨੋਰਥਵਾਨ ਤੂੰ ਭਗਤਨ ਕਰਤਾਰ ਕੀ। ਭਈ ਮਨੋਰਥਵਾਨ ਤੂੰ ਭਗਤਨ ਕਰਤਾਰ ਕੀ। ਸਤਿਗੁਰਾਂ ਬਚਨ ਕਹੇ ਇਹ ਜੇ ਤੂੰ ਇੱਛਾਵਾਨ ਹੋਈ ਹੈ ਭੈਣ, ਤੂੰ ਭਗਤਨ ਕਰਤਾਰ ਕੀ। ਤੂੰ ਇਹ ਭਗਤਨ ਹੈ, ਭਗਤੀ ਕਰਨ ਵਾਲੀ ਹੈ ਪਰਮੇਸ਼ਰ ਦੀ। ਪੂਰ ਹੈ ਕਿਰਪਾ ਨਿਧਾਨ
ਭਗਤ ਵਛਲ ਵੱਡ ਬਿਰਦ ਜਹੈ। ਤੇ ਜਿਹੜੇ ਪਰਮੇਸ਼ਰ ਦੇ ਭਗਤ ਨੇ, ਹੇ ਭੈਣ, ਕਿਰਪਾ ਨਿਧਾਨ ਅਕਾਲ ਪੁਰਖ, ਉਹਨਾਂ ਦੀ ਫਿਰ ਜਿਹੜੀ ਇੱਛਾ ਹੈ ਭਗਤ ਵਛਲ ਵੱਡ ਬਿਰਦ ਜਹੈ, ਜਿਹਦਾ ਵੱਡਾ ਬਿਰਦ ਹੈ। ਕੀ ਹੈ? ਭਗਤ ਵਛਲ, ਭਗਤਾਂ ਨੂੰ ਪਿਆਰ ਕਰਨ ਵਾਲਾ, ਉਹ ਤੇਰੀ ਇੱਛਾ ਪੂਰੀ ਕਰੇਗਾ। ਤੋਟਕ ਛੰਦ ਅਸ ਭਾਖ ਗਿਰਾ ਸੁਖ ਸਾਗਰ ਜੋ। ਇਸ ਤਰ੍ਹਾਂ ਦੇ ਬਚਨ ਸੁੱਖਾਂ ਦੇ ਸਾਗਰ ਸਤਿਗੁਰਾਂ ਨੇ ਕਹੇ। ਉੱਠ ਆਪਨ ਆਏ ਉਜਾਗਰ ਜੋ। ਫਿਰ ਹੁਣ ਉੱਠ ਕੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਬੇਬੇ ਨਾਨਕੀ ਜੀ ਦੇ ਘਰੋਂ ਮਹਾਰਾਜ ਇਉਂ ਪ੍ਰਤੱਖ ਭਾਈ ਜੋ ਸਾਰੇ ਪਰਮੇਸ਼ਰ ਦਾ ਰੂਪ ਬਰਾ ਜੋ ਹੈ ਕਣ ਕਣ ਵਿੱਚ ਵਾਹਿਗੁਰੂ ਸਮਾਇਆ, ਉਸੇ ਦਾ ਸਰਗੁਣ ਸਰੂਪ ਨੇ। ਉਹ ਮਹਾਰਾਜ ਉੱਥੋਂ ਹੁਣ ਉੱਠ ਕੇ ਆ ਗਏ ਹਨ। ਭਗਨੀ ਹਰਖੀ ਸਰਸੀ ਉਰ ਮੈਂ। ਭੈਣ ਬੇਬੇ ਨਾਨਕੀ ਭਾਈ ਹਿਰਦੇ ਵਿੱਚ ਬਹੁਤ ਖੁਸ਼ ਹੋਈ। ਜਿਉਂ ਨੌ ਨਿਧਿਆਨ ਭਰੀ ਘਰ ਮੈਂ। ਇਉਂ ਖੁਸ਼ ਹੋ ਗਈ ਜਿਵੇਂ ਘਰ ਦੇ ਵਿੱਚ 9 ਨਿਧੀਆਂ ਹੀ ਆ ਪਈਆਂ ਹੋਣ। ਦੋਹਰਾ ਦੋਖ ਨਿਕੰਦਨ ਕੰਦ ਸੁਖ ਸਦਨ ਲੱਗੇ ਪੁਨ ਜਾਨ। ਦੁੱਖਾਂ ਨੂੰ ਕੱਟਣ ਵਾਲੇ ਸੁੱਖਾਂ ਦੇ ਮੂਲ ਹੁਣ ਆਪਣੇ ਘਰ ਨੂੰ ਜਾਣ ਲੱਗੇ ਨੇ। ਪਰ ਫੁੱਲਤ ਕੌਲੈ ਬਦਨ ਰਦਨ ਕੁੰਦ ਦੁੱਤਵਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਕਮਲ ਮੁਖ ਜਿਹੜਾ ਹੈ ਉਹ ਪ੍ਰਫੁੱਲਤ ਹੈ। ਰਦਨ ਕੁੰਦ ਦੁੱਤਵਾਨ। ਰਦਨ ਕੁੰਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਰਦਨ ਕੁੰਦ ਦੁੱਤਵਾਨ। ਰਦਨ ਦਾ ਭਾਵ ਹੈ ਦੰਦ। ਉਹ ਭਾਈ ਮਰਤਬਾਨ ਦੇ ਫੁੱਲਾਂ ਵਾਂਗੂ ਸਤਿਗੁਰੂ ਜੀ ਦੇ ਚਮਕਦੇ ਹਨ। ਸੋਰਠਾ ਆਇਸ ਮੈਂ ਦਿਨ ਰੈਨ ਰਹਿਤ ਸੁਲੱਖਣੀ ਹੈ ਸਦਾ। ਮਾਤਾ ਸੁਲੱਖਣੀ ਜੀ ਹਮੇਸ਼ਾ ਸਤਿਗੁਰਾਂ ਦੇ ਦਿਨ ਰਾਤ ਆਗਿਆ ਵਿੱਚ ਰਹਿੰਦੇ ਹਨ। ਜਿਉਂ ਉਚਰਤ ਮੁਖ ਬੈਨ ਤਿਉਂ ਸਭ ਕ੍ਰਿਤ ਕਮਾਵਈ। ਜਿਵੇਂ ਵੀ ਮਹਾਰਾਜ ਮੁਖੋਂ ਬਚਨ ਕਹਿੰਦੇ ਐ ਉਸੇ ਤਰ੍ਹਾਂ ਮਾਤਾ ਸੁਲੱਖਣੀ ਜੀ ਕ੍ਰਿਤ ਕਰ ਰਹੇ ਹਨ। ਦੋਹਰਾ ਕਮਲ ਬਦਨ ਜਬ ਸਦਨ ਮਹਿ ਬੈਸਹਿ ਆਨ ਮੁਕੰਦ। ਕਮਲ ਵਰਗੇ ਮੁਖੜੇ ਵਾਲੇ ਸਤਿਗੁਰੂ ਜੀ ਮੁਕਤੀ ਦੇ ਦਾਤੇ ਗਰੀਬ ਨਵਾਜ ਜਦੋਂ ਘਰ ਵਿੱਚ ਆ ਕੇ ਬਹਿੰਦੇ ਨੇ। ਦਾਸਨ ਘਰ ਤੇ ਬਿਜਨ ਲੈ ਪੌਣ ਝੁਲਾਵੇ ਮੰਦ। ਤਾਂ ਸੇਵਕ ਕੋਲੋਂ ਜਿਹੜਾ ਪੱਖਾ ਹੈ ਜੋ ਮਾਤਾ ਨਾਨਕੀ ਹੈ ਉਹ ਫੜ ਲੈਂਦੀ ਹੈ ਤੇ ਮਿੱਠੀ ਮਿੱਠੀ ਹਵਾ ਚੱਲਦੀ ਹੈ। ਸੀਤਲ ਜਲ ਨਿਜ ਹਾਥ ਲੈ ਪਾਦ ਪਖਾਰ ਸਪ੍ਰੀਤ। ਠੰਡਾ ਜਲ ਆਪਣੇ ਹੱਥੀਂ ਲੈ ਕੇ ਸਤਿਗੁਰਾਂ ਦੇ ਪ੍ਰੇਮ ਨਾਲ ਚਰਨ ਧੋਂਦੀ ਹੈ। ਪੁਨ ਅੰਚਰ ਸੋ ਪੋਛ ਕੈ ਸੇਵਤ ਯਾ ਬਿਦ ਨੀਤ। ਫਿਰ ਆਪਣੇ ਪੱਲੇ ਨਾਲ ਮਾਤਾ ਸੁਲੱਖਣੀ ਚਰਨ ਪੂੰਝਦੀ ਹੈ। ਇਸ ਤਰ੍ਹਾਂ ਦੀ ਭਾਈ ਸੇਵਾ ਨਿਤ ਕਰਦੀ ਹੈ। ਸਦਨ ਵਿਖੈ ਸੇਵਾ ਸਰਬ ਦਾਸੀ ਦਾਸ ਹਟਾਏ। ਘਰ ਦੇ ਵਿੱਚੋਂ ਜਿੰਨੇ ਵੀ ਕੋਈ ਕੰਮ ਕਰਨ ਵਾਲੇ ਦਾਸੀ ਦਾਸ ਨੌਕਰ ਉਹ ਸਾਰੇ ਹੀ ਮਾਤਾ ਸੁਲੱਖਣੀ ਨੇ ਹਟਾਤੇ ਵੀ ਅਸੀਂ ਆਪ ਮੈਂ ਕਰਾਂਗੀ ਸੇਵਾ। ਕਰਤ ਸੁਲੱਖਣੀ ਭਾਵ ਧਰ ਮਨ ਕੋ ਮਾਨ ਹਟਾਏ। ਸੁਲੱਖਣੀ ਹੁਣ ਸੇਵਕ ਭਾਵਨਾ ਨਾਲ ਗੁਰੂ ਸਾਹਿਬ ਜੀ ਦੀ ਮਨ ਵਿੱਚ ਭਾਵਨਾ ਧਾਰ ਕੇ ਸੇਵਾ ਕਰਦੀ ਹੈ। ਮਨ ਵਿੱਚੋਂ ਸਾਰਾ ਮਾਨ ਵਗੈਰਾ ਦੂਰ ਕੀਤਾ ਹੋਇਆ ਹੈ। ਸਵਈਆ ਜਬ ਕਾਲ 26 ਸਵੋ ਆਨ ਭਇਓ। ਹੁਣ ਜਦੋਂ ਸਮਾਂ ਆਇਆ ਸਤਿਗੁਰੂ ਪਾਤਸ਼ਾਹ ਮਹਾਰਾਜ 26 ਸਾਲ ਦੇ ਹੋਏ। 26ਵਾਂ ਸਾਲ ਆਇਆ ਹੈ। ਮਿਤ ਪੰਚ ਅਹੈ ਸੁਭ ਸਾਵਨ ਮਾਸਾ। ਉਹ ਸ੍ਰੇਸ਼ਟ ਭਾਈ ਮਿਤੀ ਸਮਾਂ
ਸ਼ੁਭ ਸਾਵਣ ਮਹੀਨਾ ਹੈ। ਤੇ ਭਾਈ ਸੰਤੋਖ ਸਿੰਘ ਜੀ ਨੇ ਭਾਦਰੋਂ ਦਾ ਮਹੀਨਾ ਲਿਖਿਆ। ਇੱਥੇ ਇਹਨਾਂ ਨੇ ਫਿਰ ਸੁਦੀਵਦੀ ਦੇ ਹਿਸਾਬ ਨਾਲ, ਕਈ ਵਾਰ ਸੁਦੀਵਦੀ ਭਾਦੋਂ ਚਲੀ ਜਾਂਦੀ ਹੈ, ਉਸ ਹਿਸਾਬ ਨਾਲ ਲਿਖਿਆ। ਸ਼ੁਭ ਭਾਈ ਸਾਵਣ ਮਹੀਨਾ, ਕਈ ਕੋਟ ਨਿਹਾਲ ਕਰੇ ਜਿਨ ਮਾਨਵ। ਜਿਸ ਸਤਿਗੁਰੂ ਜੀ ਨੇ ਭਾਈ ਕਿੰਨੇ ਹੀ ਕਰੋੜਾਂ ਮਨੁੱਖਾਂ ਨੂੰ, ਮਾਈ ਭਾਈ ਨੂੰ ਨਿਹਾਲ ਕੀਤਾ। ਯਾਹੀ ਕੇ ਨਾਮ ਕਟੇ ਜਮ ਫਾਸਾ। ਜਿਸ ਸਤਿਗੁਰਾਂ ਦਾ ਨਾਮ ਲਈਏ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਨਿਪਜੋ ਗੁਰ ਤਾਤ ਮਹਾ ਸੁਖ ਕੰਦ। ਹੁਣ ਸਤਿਗੁਰੂ ਜੀ ਦੇ ਘਰ ਭਾਈ ਨਿਪਜੋ ਸੁਖ ਤਾਤ, ਨਿਪਜੋ ਗੁਰ ਤਾਤ ਮਹਾ ਸੁਖ ਕੰਦ। ਗੁਰੂ ਸਾਹਿਬ ਜੀ ਦੇ ਘਰ ਪੁੱਤਰ ਪੈਦਾ ਹੋਇਆ ਜੋ ਮਹਾ ਸੁਖ ਦੇਣ ਵਾਲੇ ਸਤਿਗੁਰਾਂ ਦੇ। ਆਨੰਦ ਵੱਡਾ ਪਰਿਵਾਰ ਹੁਲਾਸਾ। ਆਨੰਦ ਵੜਿਆ, ਪਰਿਵਾਰ ਵਿੱਚ ਬਹੁਤ ਹੁਲਾਸ ਖੁਸ਼ੀਆਂ ਨੇ। ਸਤਿਕਾਰਯੋਗ ਮਹਾਨ ਪਰਉਪਕਾਰੀ ਪਰਮੇਸ਼ਰ ਵਾਹਿਗੁਰੂ ਦੇ ਜੋ ਸ੍ਰੀਮਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਉਹਨਾਂ ਦਾ ਭਾਈ ਅਵਤਾਰ ਹੋਇਆ ਹੈ। ਸੁਨਤਾ ਛਿਨ ਨਾਨਕੀ ਅੰਗ ਨ ਮਾਵਤ। ਸੁਣ ਕੇ ਉਸ ਸਮੇਂ ਬੇਬੇ ਨਾਨਕੀ ਇੰਨੀ ਖੁਸ਼ੀ ਸਰੀਰ ਵਿੱਚ ਨਹੀਂ ਸਮਾਉਂਦੀ ਹੈ। ਪਾਵ ਅਮੀ ਜਿਮ ਆਮੀਸ ਪਾਸਾ। ਜਿਹੜੇ ਭਾਈ ਚਾਰ ਪੈਰ ਨੇ ਨਾ, ਉਹ ਤਾਂ ਪਾਵ ਅਮੀ, ਹਾਂ ਇੱਥੇ ਦਾ ਅਰਥ ਬਣ ਜਾਣਾ ਪਾਵ ਅਮੀ ਜਿਮ ਆਮੀਸ ਪਾਸਾ। ਜਿਵੇਂ ਕੋਈ ਰੋਗੀ ਨੂੰ ਅੰਮ੍ਰਿਤ ਦਵਾਈ ਮਿਲ ਜੇ ਤੇ ਸਾਰੇ ਉਹਦੇ ਰੋਗ ਠੀਕ ਹੋ ਜਾਣ, ਉਹ ਕਿੰਨਾ ਖੁਸ਼ ਹੁੰਦਾ ਹੈ। ਦੋਹਰਾ ਸਦਨ ਨਾਨਕੀ ਪਿਤਾ ਕੇ, ਸੁਧ ਪਠੀ ਸੁਖ ਸਾਰ। ਹੁਣ ਭਾਈ ਬੇਬੇ ਨਾਨਕੀ ਦੇ ਪਿਤਾ ਦੇ ਘਰ, ਭਾਵ ਇੱਥੇ ਬਾਬਾ ਕਾਲੂ ਜੀ ਦੇ ਕੋਲ, ਮਾਤਾ ਤ੍ਰਿਪਤਾ ਦੇ ਕੋਲ, ਰਾਏ ਭੋਏ ਦੀ ਤਲਵੰਡੀ, ਸੁਖ ਸਾਰ, ਸੁਖ ਸ੍ਰੇਸ਼ਟ ਸੁੱਖਾਂ ਵਾਲੀ ਇਹ ਖਬਰ ਪਹੁੰਚਦੀ ਕਰ ਦਿੱਤੀ। ਸੁਨ ਕਰ ਪੋਤਰੇ ਜਨਮ ਕੀ, ਹਰਖੇ ਹਿਰਦੇ ਅਪਾਰ। ਉਹਨਾਂ ਜਦੋਂ ਸੁਣਿਆ ਕਿ ਸਾਡੇ ਘਰ ਪੋਤਰੇ ਨੇ ਜਨਮ ਲਿਆ, ਉਤੇ ਭਾਈ ਹਿਰਦੇ ਮਨ ਤੋਂ ਬਹੁਤ ਖੁਸ਼ ਹੋਏ ਹਨ। ਤੋਟਕ ਛੰਦ ਚੱਲ ਆਵਤ ਭੇ ਸੁਲਤਾਨਪੁਰੇ। ਉਹ ਵੀ ਚੱਲ ਕੇ ਸੁਲਤਾਨਪੁਰੇ ਆ ਗਏ ਹਨ। ਸੁਣ ਸ੍ਰੀ ਗੁਰ ਪਾਇਨ ਧਾਏ ਪਰੇ। ਤੇ ਸੁਣ ਕੇ ਸ੍ਰੀ ਗੁਰੂ ਪਾਤਸ਼ਾਹ ਮਾਤਾ ਪਿਤਾ ਦੇ ਚਰਨੀ ਪਏ ਹਨ। ਜਨਨੀ ਮਨ ਕੀਨ ਆਨੰਦ ਘਨਾ। ਮਾਤਾ ਤ੍ਰਿਪਤਾ ਨੇ ਮਨ ਵਿੱਚ ਬਹੁਤ ਖੁਸ਼ੀ ਆਨੰਦ ਕੀਤਾ ਹੈ। ਸੁਤ ਪੈ ਕਰ ਫੇਰ ਦੁਲਾਰ ਸਨਾ। ਪੁੱਤਰ ਦੇ ਸਿਰ ਤੇ ਹੱਥ ਫੇਰਿਆ, ਸਤਿਗੁਰਾਂ ਨਾਲ ਦੁਲਾਰਿਆ ਹੈ ਪਾਤਸ਼ਾਹ ਨੂੰ। ਪਿਖ ਪੌਤਰ ਹੈ ਤੁੰਡ ਕੁਸੇਸ ਯਸ਼ਾ। ਤੇ ਫਿਰ ਭਾਈ ਜਿਹੜਾ ਪੋਤਰਾ ਹੈ, ਪੋਤਰੇ ਦਾ ਜਿਹੜਾ ਮੁਖ ਹੈ, ਤੁੰਡ ਭਾਵ ਮੁਖ, ਉਸ ਨੂੰ ਵੇਖ ਕਰਕੇ ਜੋ ਚੰਦਰਮਾ ਵੱਤ ਹੈ। ਧਨ ਦੀਨਨ ਦੀਨ ਨਰੇਸ਼ ਯਸ਼ਾ। ਤੇ ਜਿਹੜੇ ਭਾਈ ਗਰੀਬ ਨੇ ਉਹਨਾਂ ਨੂੰ ਰਾਜਿਆਂ ਵਾਂਗੂ ਫਿਰ ਮਾਤਾ ਨੇ ਧਨ ਜਿਹੜਾ ਬਖਸ਼ਿਆ ਦਿੱਤਾ ਹੈ। ਤਨੀਆਂ ਮਿਲ ਤੌਖਤ ਹੋਏ ਘਨੇ। ਪੁੱਤਰੀ ਨੂੰ ਮਿਲ ਕੇ ਫਿਰ ਭਾਈ ਬਹੁਤ ਹੀ ਤੌਖਤ ਕਹੀਏ ਤੌਖਤ ਪ੍ਰਸੰਨ ਹੋਏ ਹਨ। ਦਿਨ ਤਰੋਦਸ ਨਾਮ ਸ੍ਰੀ ਚੰਦ ਭਨੇ। ਫਿਰ ਭਾਈ 13ਵੇਂ ਦਿਨ ਜੋ ਨਾਮ ਰੱਖਿਆ ਬਾਬਾ ਸ੍ਰੀ ਚੰਦ ਜੀ, ਰਹੇ ਕੇਤਕ ਬਾਸਰ ਮਾਤ ਪਿਤਾ। ਕੁਝ ਦਿਨ ਫਿਰ ਮਾਤਾ ਪਿਤਾ ਇੱਥੇ ਰਹੇ ਨੇ। ਮਿਲ ਕੇ ਸੁਤ ਪੁੱਤਰ ਹੈ ਕੀਨ ਗਤਾ। ਫਿਰ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਪੋਤਰੇ ਬਾਬਾ ਸ੍ਰੀ ਚੰਦ ਮਿਲ ਕਰਕੇ ਇੱਥੋਂ ਚੱਲੇ ਹਨ। 1 ਸਾਲ ਭਇਓ ਸੁਤ ਕੇ ਜਨਮੇ। 1 ਸਾਲ ਹੋ ਗਿਆ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਏ। ਮੁਖ ਹੇਰਤ ਮਾਤ ਖੁਸ਼ੀ ਮਨ ਮੇ। ਮਾਤਾ ਸੁਲੱਖਣੀ ਪੁੱਤਰ ਦੇ ਮੁਖ ਨੂੰ ਵੇਖਦੀ ਬਹੁਤ ਮਨ ਵਿੱਚ ਖੁਸ਼ ਹੁੰਦੀ ਹੈ।
ਭਗੁਨੀ ਮਨ ਕੀ ਸਭ ਜਾਣ ਹਿਰਦੇ। ਤੇ ਇਧਰ ਭੈਣ ਦੇ ਹਿਰਦੇ ਦੀ, ਉਹਦੇ ਮਨ ਦੀ ਸਾਰੀ ਗੱਲ ਸਤਿਗੁਰਾਂ ਨੇ ਜਾਣ ਲਈ। ਮੁਖ ਨਾਨਕ ਬੈਨ ਭਨੇ ਸੁਖ ਦੇ। ਤਾਂ ਇੱਕ ਦਿਨ ਸਤਿਗੁਰੂ ਪਾਤਸ਼ਾਹ ਨੇ 1 ਸਾਲ ਦੇ ਜਦੋਂ ਬਾਬਾ ਸ੍ਰੀ ਚੰਦ ਹੋਏ ਤਾਂ ਸੁੱਖਾਂ ਵਾਲੇ ਬਚਨ ਬੇਬੇ ਨਾਨਕੀ ਨੂੰ ਕਹੇ ਹਨ। ਇਹੋ ਬਾਲ ਬਾਰਕ ਨੇ ਪ੍ਰਿਤ ਪਾਰ ਕਰੂ। ਭੈਣ, ਆ ਬਾਲਕ ਤੂੰ ਲੈ ਲਾ ਤੇ ਇਹਦੀ ਪਿਰਤ ਪਾਲਣਾ ਤੂੰ ਕਰੇ, ਤੇਰਾ ਪੁੱਤਰ ਹੋਇਆ। ਬਾਬਾ ਸ੍ਰੀ ਚੰਦ ਜੀ ਦੀ ਪਾਲਣ ਪੋਸ਼ਣ ਜਿਹੜੀ ਹੈ ਉਹ ਗੁਰਮੁਖੋ ਬੇਬੇ ਨਾਨਕੀ ਜੀ ਨੇ ਕੀਤੀ ਹੈ। ਇਹ ਭੈਣ, ਇਹ ਬਾਲਕ ਲੈ ਤੇ ਤੂੰ ਇਸ ਦੀ ਪਿਰਤ ਪਾਲਣਾ ਕਰ। ਤੁਮ ਆਨ ਵਿਚਾਰ ਕਛੂ ਨਾ ਧਰੋ। ਹੋਰ ਕੋਈ ਕਿਸੇ ਤਰ੍ਹਾਂ ਦਾ ਭੈਣ ਤੂੰ ਕੋਈ ਵਿਚਾਰ ਨਹੀਂ ਮਨ ਵਿੱਚ ਧਰਨਾ ਹੈ। ਸੁਣ ਕਰ ਹਰਖੀ ਸਰਸੀ ਉਰ ਮੈਂ। ਇਹ ਸੁਣ ਕਰਕੇ ਬਹੁਤ ਜ਼ਿਆਦੇ ਹਿਰਦੇ ਵਿੱਚ ਬੇਬੇ ਨਾਨਕੀ ਜੀ ਖੁਸ਼ ਹੋਈ। ਭਵ ਰੰਕ ਕਲਪ ਪਇਓ ਘਰ ਮੈਂ। ਤੇ ਉਹਨੂੰ ਤਾਂ ਇਉਂ ਹੋ ਗਿਆ ਵੀ ਇਹ ਭਾਵ ਜਿਵੇਂ ਕਿਸੇ ਕੰਗਾਲ ਬੰਦੇ ਨੂੰ ਕਲਪ ਬਿਰਛ ਮਿਲ ਜੇ। ਇਸ ਤਰ੍ਹਾਂ ਦੀ ਇੱਕ ਮਨੌਤ ਹੈ ਕਿ ਸਵਰਗਾਂ ਦੇ ਵਿੱਚ ਇੱਕ ਦਰਖਤ ਹੈ, ਪਾਰਜਾਤ ਵੀ ਕਿਹਾ ਉਹਨੂੰ, ਕਲਪ ਬਿਰਛ ਵੀ ਕਿਹਾ। ਬਾਣੀ ਦੇ ਵਿੱਚ ਸਾਨੂੰ ਵੀ ਦਿੱਤਾ ਇੱਕ ਪਾਰਜਾਤ। ਇਹ ਆਪਾਂ ਨੂੰ ਵੀ ਹੋ ਜੇ ਇਸ ਤਰ੍ਹਾਂ ਦੀ ਇੱਛਾ, ਸਿੱਖ ਨੂੰ ਵੀ ਹੋ ਸਕਦੀ ਹੈ ਨਾ ਕਿ ਮਹਾਰਾਜ ਜਿਹੜੇ ਕਲਪ ਬਿਰਛ ਦੀਆਂ ਤੁਸੀਂ ਗੱਲਾਂ ਕਰਦੇ ਹੋ, ਫਿਰ ਆਪ ਦੇ ਸਿੱਖਾਂ ਨੂੰ ਤੁਸੀਂ ਵਾਂਝੇ ਕਿਉਂ ਰੱਖਿਓ? ਮਹਾਰਾਜ ਕਹਿੰਦੇ ਨਾ ਭਾਈ, ਐਡੀ ਚੀਜ਼ ਮੈਂ ਤਾਂ ਜਿਹੜੇ ਭਾਈ ਗੁਰੂ ਸਾਹਿਬਾਂ ਨੇ ਆਪਣਾ ਆਪਾ ਸਿੱਖਾਂ ਵਾਸਤੇ ਵਾਰਤਾ, ਪੁੱਤਰ ਵਾਰਤੇ, ਉਹ ਭਲਾ ਕਲਪ ਬਿਰਛ ਵਾਂਝੇ ਰੱਖਦਾ। ਮਹਾਰਾਜ ਕਹਿੰਦੇ ਲੋ ਸਿੱਖੋ, ਤੁਹਾਨੂੰ ਵੀ ਬਖਸ਼ਿਸ਼ ਕਰਦੇ ਆ। ਕੀ ਹੈ? ਜਿਵੇਂ ਕਾਮ ਧੇਨ ਗਊ, ਕਾਮਨਾ ਪੂਰੀਆਂ ਕਰਨ ਵਾਲੀ। ਮਹਾਰਾਜ ਕਹਿੰਦੇ ਪਾਰ ਜਾਤ ਇਹੋ ਹਰ ਕੋ ਨਾਮ। ਇਹ ਜਿਹੜਾ ਭਾਈ ਪਰਮੇਸ਼ਰ ਦਾ ਨਾਮ ਤੁਹਾਨੂੰ ਬਖਸ਼ਿਆ ਨਾ, ਇਹ ਪਾਰ ਜਾਤ ਆ। ਉਹ ਤਾਂ ਇੱਕ ਹੈ ਉੱਥੇ, ਤੇ ਜੇ ਕੋਈ ਜਾਊ ਤਾਂ ਉੱਥੇ ਜਾ ਕੇ ਉਹਦੇ ਥੱਲੇ ਬੈਠੂ, ਮੰਗਾ ਮੰਗੂ। ਇਹ ਮਹਾਰਾਜ ਕਹਿੰਦੇ ਅਸੀਂ ਅਨੰਤ ਵਰਤਾਤਾ ਤੇ ਹਰੇਕ ਗੁਰਸਿੱਖ ਨੂੰ ਦੇਤਾ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਜੋ ਹਰੀ ਪਰਮੇਸ਼ਰ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦੇ ਗੁਣਾਂ ਨੂੰ ਗਾਓ। ਮਹਾਰਾਜ ਕਹਿੰਦੇ ਇਹ ਲਓ ਭਾਈ ਗੁਰਸਿੱਖੋ, ਤੁਹਾਨੂੰ ਕਾਮ ਧੇਨ ਦੇਤੀ। ਪਰਮੇਸ਼ਰ ਦੇ ਗੁਣ ਗਾਉਣੇ, ਉਹਦਾ ਨਾਮ ਜਪਣਾ, ਬਾਣੀ ਪੜ੍ਹਨੀ, ਤੇ ਜੋ ਇੱਛਾ ਹੈ ਉਹ ਗੁਰਮੁਖੋ ਮਹਾਰਾਜ ਪੂਰੀ ਕਰ ਦਿੰਦੇ ਐ। ਭਵ ਰੰਕ ਕਲਪ ਪਇਓ ਘਰ ਮੈਂ। ਤੇ ਬੇਬੇ ਨਾਨਕੀ ਪ੍ਰਸੰਨ ਹੋਈ। ਹੁਣ ਤਾਂ ਇੱਕ ਗੱਲ ਹੋਰ ਹੈ, ਆ ਬਹੁਤ ਹੁੰਦਾ ਜੇ ਕਿਸੇ ਦੇ ਬੱਚਾ ਨਹੀਂ ਨਾ ਹੈ ਤੇ ਚਲੋ ਭਾਈ ਤਾਂ ਨਹੀਂ, ਮਾਈਆਂ ਹੀ, ਇਹਦੇ ਭਾਗ ਮਾੜੇ ਐ ਵਿਚਾਰੀ ਦੇ, ਲਾਦ ਨਹੀਂ ਹੋਈ। ਲੈ ਦੱਸੋ, ਲਾਦ ਨਾਲ ਭਾਗ ਡਿੱਗਣ ਲਈ? ਤੇ ਫਿਰ ਐ ਤਾਂ ਬੇਬੇ ਨਾਨਕੀ ਦੇ ਨਹੀਂ ਸੀ, ਫਿਰ ਉਹ ਮਾੜੇ ਭਾਗਾਂ ਵਾਲੀ ਹੋ ਗਈ। ਇਹ ਕੀ ਹੈ? ਤੇ ਜਿਨ੍ਹਾਂ ਦੇ ਹੈਗੀਆਂ ਨੇ ਫਿਰ ਉਹ ਕਹਿੰਦੇ ਇਹੋ ਜਿਹੇ ਨੇ, ਤੂੰ ਤਾਂ ਨਾਮ ਦਾ ਚੰਗਾ ਸੀ। ਮਾੜੇ ਚੰਗੇ ਭਾਗ ਤਾਂ ਗੁਰਮੁਖੋ ਗੁਰੂ ਨਾਲ ਜੁੜ ਕੇ ਬਣ। ਜੇ ਟੁੱਟ ਗਏ ਮਾੜੇ, ਜੁੜ ਪਏ ਤਾਂ ਚੰਗੇ ਆ। ਇਸ ਕਰਕੇ ਔਲਾਦ ਹੋ ਗਈ ਤੇ ਇਹਨੂੰ ਜੇ ਕੋਈ ਗਿਣ ਲੇ, ਬਹੁਤ ਚੰਗੇ ਭਾਗ ਨੇ ਜਿਹਦੇ ਲਾਦ ਹੋ ਗਈ ਗਾ, ਤੇ ਉਹ ਤਾਂ ਸਮਾਂ ਲੰਘੂ ਨਾ, ਸੁੱਖ ਮਿਲਣੇ ਕਿ ਦੁੱਖ ਮਿਲਣੇ। ਇਸ ਕਰਕੇ ਵੀ ਹੈ ਪਰਮੇਸ਼ਰ ਦੀਆਂ ਦਾਤਾਂ, ਪਰ ਜਦੋਂ ਕੋਈ ਸੰਸਾਰੀ ਦਾਤ ਤੋਂ ਉੱਪਰ ਉੱਠ ਕੇ ਬ੍ਰਹਮ ਦੀ ਦਾਤ ਨਾਲ, ਨਾਮ ਨਾਲ ਜੁੜ ਜਾਂਦਾ ਨਾ, ਫਿਰ ਇਹ ਦੁਨਿਆਵੀ ਇੱਛਾ ਤੋਂ ਵੀ ਉੱਪਰ ਉੱਠ ਜਾਂਦਾ ਹੈ। ਇਸ ਕਰਕੇ ਕਦੇ ਵੀ ਇਹ ਜੀਆਂ ਭਾਵਨਾ ਨਹੀਂ ਰੱਖਣੀਆਂ। ਚੰਗੇ ਭਾਗ ਉਹਨੂੰ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਪਰਿਵਾਰ ਆ, ਉਹ ਭਾਗਾਂ ਵਾਲੇ ਆ। ਜਿਹੜੇ ਗੁਰਮੁਖੋ ਗੁਰੂ ਘਰ ਨੂੰ ਟੁੱਟੇ ਹੋਏ ਨੇ, ਉਹ ਮਾੜੇ ਭਾਗਾਂ ਵਾਲੇ ਆ। ਇਹ ਚੀਜ਼ ਗਿਣ ਲਓ, ਇੱਥੋਂ ਹੀ ਅੰਦਾਜ਼ਾ ਲਾ ਲਿਆ ਕਰੋ। ਗੁਰੂ ਪਾਤਸ਼ਾਹ ਦੇ ਦਰ ਘਰ ਨਾਲ ਜੁੜਨਾ, ਹਮੇਸ਼ਾ ਮਨ ਦੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ, ਮੇਰੇ ਸਤਿਗੁਰੂ ਜੀ ਦੇ ਦਰ ਘਰ ਦੀ ਮਹਿਮਾ ਵਧੇ, ਸੁੰਦਰਤਾ ਵਧੇ, ਚੜ੍ਹਦੀ ਕਲਾ ਵਿੱਚ। ਕਦੇ ਵੀ ਗੁਰੂ ਪਾਤਸ਼ਾਹ ਦੇ ਦਰ ਘਰ ਦੇ ਕਿਸੇ ਵੀ ਕਾਰਜ ਦਾ ਵਿਰੋਧ ਨਹੀਂ ਕਰਨਾ ਤੇ ਖੁਸ਼ ਹੋਣਾ ਹੈ।
ਜਿਵੇਂ ਹੁਣ ਆਪਾਂ ਕੋਈ ਘਰ ਮਕਾਨ ਬਣਦਾ, ਆਪਾਂ ਵੇਖ ਵੇਖ ਬੜੇ ਖੁਸ਼ ਹੁੰਦੇ ਆ, ਮੇਰਾ ਆਹ ਬਣ ਗਿਆ, ਉਹ ਬਣ ਗਿਆ। ਜਦੋਂ ਸਤਿਗੁਰੂ ਦੇ ਦਰ ਘਰ ਤੇ ਕੋਈ ਹੁੰਦਾ ਹੈ ਨਾ, ਉਦੋਂ ਗੁਰਮੁਖੋ ਦਲੀਲਾਂ ਅਪੀਲਾਂ ਦੀਆਂ ਜਿਹੜੀਆਂ ਆਪਦੀਆਂ ਦਲੀਲਾਂ ਨੇ ਵਿਦਵਤਾ ਦੀਆਂ, ਉਹ ਲਾਂਭੇ ਕਰ ਦੇਣੀਆਂ ਚਾਹੀਦੀਆਂ ਨੇ। ਉਦੋਂ ਫਿਰ ਹੁੰਦਾ ਨਾ ਜੀ ਕੀ ਲੋੜ ਆ, ਐਂ ਤਾਂ ਹੁਣ ਕਿੰਨਾ ਐਵੇਂ ਥੱਪੀ ਜਾਣਾ, ਪੈਸਾ ਫਲਾਨਾ ਨਹੀਂ, ਉਹ ਨਹੀਂ, ਕਿਸੇ ਗਰੀਬ ਨੂੰ ਦਿਓ, ਫਲਾਣਾ ਕਰ ਦੋ, ਟਮਗਾਣਾ। ਉਦੋਂ ਫਿਰ ਇਹੋ ਜਿਹੀਆਂ ਦਲੀਲਾਂ ਦਿੰਦੇ ਆ। ਤੇ ਗੁਰਮੁਖਾ ਇਹ ਭਾਈ ਰਹਿਣਾ ਹੀ ਹੈ। ਦਲੀਲਾਂ ਤਾਂ ਫਿਰ ਇਹ ਆਪਦੇ ਘਰ ਮੌਕੇ, ਆਪਦੇ ਉਸ ਮੌਕੇ ਘੜਿਆ ਕਰ। ਉਦੋਂ ਭਾਈ ਅਸੀਂ ਜਦੋਂ ਕੋਈ ਕਰਨਾ ਹੁੰਦਾ ਲੱਖਾਂ ਰੁਪਈਆ ਖਰਚ ਕਰਦੇ ਆ। ਇਸ ਕਰਕੇ ਗੁਰੂ ਸਾਹਿਬ ਦੇ ਦਰ ਘਰ ਦੇ ਕਦੇ ਵੀ ਜਿਹੜਾ ਗੁਰਸਿੱਖ ਹੈ ਨਾ, ਆਪਾਂ ਕੋਈ ਵੀ ਐਸੀ ਢਹਿੰਦੀ ਕਲਾ ਵਾਲੀ ਗੱਲ ਨਹੀਂ ਕਰਨੀ, ਚੜ੍ਹਦੀ ਕਲਾ ਵਿੱਚ ਖੁਸ਼ ਹੋਣਾ। ਇਹ ਕੀ ਚੀਜ਼ ਹੈ ਗੁਰਮੁਖੋ? ਸਿੱਖ ਅਰਦਾਸ ਕਰੇ ਸੱਚੇ ਪਾਤਸ਼ਾਹ ਤੂੰ ਸਮਰੱਥਾ ਦੇ, ਕਿਰਪਾ ਕਰ, ਤੇ ਬਲ ਵੀ ਦੇਈ, ਬੁੱਧੀ ਵੀ ਦੇਈ। ਇਹ ਤਾਂ ਛੋਟੀਆਂ ਛੋਟੀਆਂ ਹੋਰ ਜਿਹੜੀਆਂ ਧਾਤਾਂ ਤੇ ਜਿਹਨੂੰ ਸੋਨਾ ਕੀਮਤੀ ਕਹਿੰਦੇ, ਇਹ ਮਹਾਰਾਜ ਦੇ ਦੇਖੋ ਜਿਨ੍ਹਾਂ ਨੂੰ ਪਿਆਰ ਸੀ ਉਹਨਾਂ ਨੇ ਦਰਬਾਰ ਸਾਹਿਬ ਲਾਤਾ। ਉਹ ਕਹਿੰਦੇ ਧਾਤ ਹੀ ਇੱਕ ਕੀ ਚੀਜ਼ ਹੈ ਇਹ ਗੁਰੂ ਮਹਾਰਾਜ ਤੇ ਜੇ ਮਹਾਰਾਜ ਹੀਰੇ ਦੇ ਉਹ ਵੀ ਤੇਰੇ ਦਰ ਤੇ ਲਾ ਦਈਏ ਤੇ ਆ ਪੱਥਰ ਪੁੱਤਰ ਤਾਂ ਹੈ ਹੀ ਕੀ ਚੀਜ਼ ਆ। ਗੁਰੂ ਸਾਹਿਬ ਕਿਰਪਾ ਕਰਨ। ਭਾਵ ਰੰਕ ਕਲਪ ਭਇਓ ਘਰ ਮੈਂ, ਬੇਬੇ ਨਾਨਕੀਓ ਖੁਸ਼ ਹੋਈ ਜਿਵੇਂ ਭਾਈ ਰੰਕ ਕੰਗਾਲ ਨੂੰ ਕਲਪ ਵਿਰਸ਼ੀ ਘਰ ਵਿੱਚ ਮਿਲ ਗਿਆ ਹੋਵੇ। ਮੁਖ ਕੰਜ ਬਿਲੋਕਤ ਲਾਲਤ ਹੈ, ਤੇ ਮੁਖ ਜਿਹੜਾ ਹੈ ਕੰਜ, ਕਮਲ ਫੁੱਲ ਵਰਗੇ ਮੁਖ ਨੂੰ ਬਿਲੋਕਤ ਕਹੀਏ ਦੇਖਦੀ ਹੈ, ਲਾਲਤ ਕਹੀਏ ਖਿਡਾਉਂਦੀ ਹੈ। ਅਤ ਪ੍ਰੇਮ ਮਨੇ ਪ੍ਰਤ ਭਾਰਤ ਹੈ, ਬਹੁਤ ਹੀ ਮਨ ਤੋਂ ਪ੍ਰੇਮ ਨਾਲ ਹੁਣ ਬੇਬੇ ਨਾਨਕੀ ਜੋ ਬਾਬਾ ਸ੍ਰੀ ਚੰਦ ਜੀ ਨੂੰ ਪਾਲ ਰਹੀ ਹੈ। ਦੋਹਰਾ ਸ੍ਰੀ ਚੰਦ ਅਬਿਰਾਮ ਅਤ ਲਿਓ ਉਛੰਗ ਭਤੀਜ। ਬਾਬਾ ਸ੍ਰੀ ਚੰਦ ਨੂੰ ਬਹੁਤ ਪ੍ਰੇਮ ਦੇ ਨਾਲ ਜੋ ਹੈ ਉਤਸ਼ਾਹ ਦੇ ਨਾਲ ਬੇਬੇ ਨਾਨਕੀ ਨੇ ਆਪਣੇ ਕੋਲ ਲਿਆ ਹੈ। ਔਰ ਆਨੰਦ ਬਹੁ ਨਾਨਕੀ ਸੋਦਰ ਲਖਿਓ ਪ੍ਰਸੀਜ। ਹਿਰਦੇ ਤੋਂ ਬਹੁਤ ਆਨੰਦ ਵਿੱਚ ਹੈ ਬੇਬੇ ਨਾਨਕੀ। ਇਉਂ ਭਾਈ ਬਹੁਤ ਪ੍ਰਸੰਨਤਾ ਪ੍ਰੇਮ ਦੇ ਨਾਲ ਸਾਰਾ ਕੋਈ ਦੇਖਦੀ, ਆਦਰ ਸਤਿਕਾਰ ਨਾਲ ਵੀ ਇਹ ਐਸੀ ਭਾਵਨਾ ਵਧੀ ਤੇ ਬਾਬੇ ਸ੍ਰੀ ਚੰਦ ਜੀ ਦੀ ਪ੍ਰਤਪਾਲਣਾ ਬੇਬੇ ਨਾਨਕੀ ਦੇ ਕੋਲ ਹੋ ਰਹੀ ਹੈ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਭਾਈ ਜੋ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਬਾਬਾ ਸ੍ਰੀ ਚੰਦ ਜਨਮ ਪ੍ਰਸੰਗ ਵਰਣਨ, ਜੋ ਬਾਬਾ ਸ੍ਰੀ ਚੰਦ ਜੀ ਦਾ ਜਨਮ ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਖੋੜਸ ਮੋ ਮੰਦਰ ਹੈ। ਖੋੜਸ ਕਹਿੰਦੇ ਨੇ 16 ਨੂੰ। ਇਹ 16ਵਾਂ ਘਰ ਦੀ ਕਥਾ ਕਹਿੰਦੇ ਭਾਈ ਪ੍ਰਸੰਗ ਕਿਹਾ ਹੈ। ਟਾਈਮ ਵੀ ਹੋ ਗਿਆ ਸਮਾਪਤੀ ਦਾ। ਅਗਲਾ ਪ੍ਰਸੰਗ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।